ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ? ਉਮੀਦ ਕਰਦਾ ਠੀਕ ਠਾਕ ਹੋਵੋਗੇ, ਜਿੱਥੇ ਵੀ ਹੋਵੋਗੇ ਰਾਜੀ ਖੁਸ਼ੀ ਹੋਵੋਗੇ। ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਕਿ ਕੈਨੇਡਾ ਦੇ ਵਿੱਚ ਕਿੱਦਾਂ ਆਪਾਂ ਈਜ਼ੀ ਵੇ ਦੇ ਨਾਲ PR ਲੈ ਸਕਦੇ ਹਾਂ, ਕੈਨੇਡਾ ਦੀ ਜਿਹੜੀ ਪ੍ਰੋਵਿੰਸ ਓਨਟਾਰੀਓ ਦੇ ਵਿੱਚ। ਕਿਉਂਕਿ ਬਹੁਤ ਸਾਰੇ ਸਵਾਲ ਹੁੰਦੇ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਕਿ ਓਨਟਾਰੀਓ ਦੇ ਵਿੱਚ PR ਬਹੁਤ ਔਖੀ ਆ, PR ਕਿੱਦਾਂ ਮਿਲੂਗੀ। ਤੇ ਉਹਨਾਂ ਦੇ ਵਿੱਚੋਂ ਗੱਲ ਕਰਾਂਗੇ ਨਾਲ ਦੀ ਨਾਲ ਕਿ ਜਿਹੜੇ ਬੱਚੇ +2 ਕਰਕੇ ਆਏ ਇੰਡੀਆ ਦੇ ਵਿੱਚ, ਉਹ ਕਿੱਦਾਂ ਈਜ਼ੀ ਵੇ ਦੇ ਨਾਲ ਓਨਟਾਰੀਓ ਦੇ ਵਿੱਚ ਰਹਿ ਕੇ ਹੀ ਆਪਦੀ PR ਲੈ ਸਕਦੇ ਆ। ਸੋ ਇਹਨਾਂ ਸਾਰੇ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ RCIC ਅਮਨਦੀਪ ਸਿੰਘ ਢਿੱਲੋਂ ਜੀ ਸ਼ਾਮਿਲ ਆ। ਇਹ ਤੋਂ ਉਹਨਾਂ ਤੋਂ ਜਾਣਾਂਗੇ ਕਿ ਕਿਹੜੇ ਇਹੋ ਜਿਹੇ ਪ੍ਰੋਗਰਾਮ ਹੈਗੇ ਓਨਟਾਰੀਓ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੰਦਾ ਈਜ਼ੀ ਵੇ ਦੇ ਨਾਲ PR ਹੋ ਸਕਦਾ, ਤੇ ਨਾਲ ਦੀ ਨਾਲ ਖਾਸ ਤੌਰ ਤੇ +2 ਵਾਲੇ ਬੱਚੇ। ਤੇ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਸਤਿ ਸ਼੍ਰੀ ਅਕਾਲ ਸਾਰੇ ਸਾਡੇ ਨਾਲ ਜੁੜਨ ਵਾਲੇ YouTube ਵਿਊਅਰਸ ਨੂੰ ਵੀ। ਤੇ ਬਾਈ ਜੀ, ਅੱਜ ਆਪਾਂ ਗੱਲਬਾਤ ਕਰਨੀ ਆ ਕਿ ਓਨਟਾਰੀਓ ਦੇ ਵਿੱਚ ਕਿਹੜੇ ਇਹੋ ਜਿਹੇ ਪ੍ਰੋਗਰਾਮ ਹੈਗੇ ਆ ਜਿਨ੍ਹਾਂ ਦੇ ਵਿੱਚ ਬਹੁਤ ਈਜ਼ੀ ਪ੍ਰੋਗਰਾਮ ਕੋਈ ਹੋਵੇ। ਸੋ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਜਿਹੜੇ +2 ਵਾਲੇ ਬੱਚੇ ਆ ਖਾਸ ਤੌਰ ਤੇ ਈਜ਼ੀ ਵੇ ਦੇ ਨਾਲ, ਈਜ਼ੀ ਤਰੀਕੇ ਦੇ ਨਾਲ PR ਹੋ ਸਕਣ ਓਨਟਾਰੀਓ ਦੇ ਵਿੱਚ ਵਿਦਆਊਟ ਪ੍ਰੋਵਿੰਸ ਮੂਵ ਹੋਏ। ਸੋ ਸਿਮਰ, ਜਦੋਂ ਆਪਾਂ ਓਨਟਾਰੀਓ ਦੇ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤਾਂ ਓਨਟਾਰੀਓ ਦਾ ਜਿਹੜਾ ਪ੍ਰੋਗਰਾਮ ਹੈ PNP ਪ੍ਰੋਗਰਾਮ ਹੈ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, ਉਹਨੂੰ ਸ਼ਾਰਟ 'ਚ ਕਿਹਾ ਜਾਂਦਾ OINP ਜਾਂ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ। ਸੋ ਇਹਦੇ ਵਿੱਚ ਆਪਣੇ ਕੋਲੇ ਅੱਗੇ ਪਹਿਲਾਂ ਆਪਾਂ ਇਹਨੂੰ ਮੋਟੇ ਤੌਰ ਤੇ 2 ਤਰ੍ਹਾਂ ਦੀਆਂ ਸਟਰੀਮਸ 'ਚ ਵੰਡ ਸਕਦੇ ਹਾਂ। ਇੱਕ ਜਿਹੜੀਆਂ ਐਕਸਪ੍ਰੈਸ ਐਂਟਰੀ ਦੇ ਨਾਲ ਰਿਲੇਟਡ ਨੇ, ਨਾਲ ਚੱਲਦੀਆਂ ਨੇ, ਤੇ ਇੱਕ ਜਿਹੜੀਆਂ ਐਕਸਪ੍ਰੈਸ ਐਂਟਰੀ ਤੋਂ ਬਿਲਕੁਲ ਅਲੱਗਾ ਚੱਲਦੀਆਂ ਨੇ। ਹੁਣ ਐਕਸਪ੍ਰੈਸ ਐਂਟਰੀ ਵਾਲੀਆਂ ਜਿਹੜੀਆਂ ਸਟਰੀਮਸ ਨੇ, ਉਹਨਾਂ ਦਾ ਮਸਲਾ ਇਹ ਆ ਕਿ ਉਹਨਾਂ ਦੇ ਵਿੱਚ ਤੁਹਾਨੂੰ ਇਨਵੀਟੇਸ਼ਨ ਆਊਗਾ, ਐਕਸਟਰਾ ਪੁਆਇੰਟ ਮਿਲਣਗੇ ਜਾਂ ਨਹੀਂ ਮਿਲਣਗੇ, ਉਹ ਤੁਹਾਡੇ ਐਕਸਪ੍ਰੈਸ ਐਂਟਰੀ ਦੇ ਸਕੋਰ ਤੇ ਡਿਪੈਂਡ ਕਰਦਾ, ਤੇ ਬਹੁਤੀ ਵਾਰੀ ਉਹ ਸਕੋਰ 400+ ਦੇ ਵਿੱਚ ਹੁੰਦਾ। ਸੋ ਉੱਥੇ ਜਾ ਕੇ ਕਾਫੀ ਜਿਹੜੇ +2 ਵਾਲੇ ਨੇ ਉਹ ਆਲਰੇਡੀ ਉਹਦੇ 'ਚ ਕੁਆਲੀਫਾਈ ਨਹੀਂ ਕਰਦੇ ਹੁੰਦੇ। ਜੇ ਉਹ ਕੋਈ ਫੈਡਰਲ ਸਕਿਲਡ ਟ੍ਰੇਡ 'ਚ ਨੇ ਤਾਂ ਉਹ ਹੋਰ ਮਸਲਾ, ਉਹਨੂੰ ਆਪਾਂ ਕਦੇ ਫੇਰ ਡਿਸਕਸ ਕਰ ਲਾਂਗੇ। ਸੋ ਆਪਣਾ ਜਿਹੜਾ ਮੇਨ ਫੋਕਸ ਆ ਉਹ ਹੈਗੀਆਂ ਜਿਹੜੀਆਂ ਨੋਨ ਐਕਸਪ੍ਰੈਸ ਐਂਟਰੀ ਸਟਰੀਮਸ, ਜਿਨ੍ਹਾਂ ਨੂੰ ਇੰਪਲੋਇਰ ਜੌਬ ਆਫਰ ਸਟਰੀਮਸ ਵੀ ਆਪਾਂ ਕਹਿ ਦਿੰਦੇ ਹਾਂ। ਸੋ ਇੰਪਲੋਇਰ ਜੌਬ ਆਫਰ ਸਟਰੀਮ ਦੇ ਵਿੱਚ ਵੈਸੇ ਤਾਂ ਇਹਦੇ ਵਿੱਚ ਮਤਲਬ ਕਹਿ ਲਓ ਵੀ 4 ਸਟਰੀਮਸ ਆਪਣੀਆਂ ਆ ਜਾਂਦੀਆਂ ਨੇ। ਉਹਨਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਹੈ, ਇਨ ਡਿਮਾਂਡ ਸਟਰੀਮ ਹੈ, ਮਾਸਟਰ ਗ੍ਰੈਜੂਏਟ ਸਟਰੀਮ ਹੈ, ਤੇ PhD ਵਾਲੀ ਸਟਰੀਮ ਹੈ। ਤੇ ਇਹਨਾਂ ਦੇ ਵਿੱਚੋਂ ਵੀ ਆਪਾਂ ਜਿਹੜਾ ਬਹੁਤਾ ਫੋਕਸ ਕਰਾਂਗੇ ਅੱਜ, ਉਹ ਕਰਾਂਗੇ ਜਿਹੜੀ ਹੈਗੀ OINP ਦੀ ਇੰਟਰਨੈਸ਼ਨਲ ਸਟੂਡੈਂਟ ਸਟਰੀਮ। ਸੋ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਹੈ ਬਾਈ ਜੀ, ਇਹਦਾ ਸਭ ਤੋਂ ਜਿਹੜਾ ਕਹਿ ਲਓ ਵੀ ਵਧੀਆ ਫੈਕਟਰ ਹੈ ਉਹ ਇਹ ਆ ਵੀ ਇਹਦੇ 'ਚ ਤੁਹਾਨੂੰ ਜੌਬ ਆਫਰ ਦੀ ਕੋਈ ਰਿਕੁਆਇਰਮੈਂਟ ਹੁੰਦੀ ਨਹੀਂ। ਕੋਈ ਇਹਦੇ 'ਚ ਸਟੱਡੀ ਦੀ ਰਿਕੁਆਇਰਮੈਂਟ ਹੈ ਨਹੀਂ ਕਿ ਤੁਹਾਡੀ ਕੋਈ ਡਿਗਰੀ ਹੋਣੀ ਚਾਹੀਦੀ ਹੈ ਜਾਂ ਮਾਸਟਰਸ ਹੋਣੀ ਚਾਹੀਦੀ ਹੈ। ਉਹ ਹੈਗੀ ਆ ਤਾਂ ਤੁਹਾਡੇ ਪੁਆਇੰਟ ਥੋੜ੍ਹੇ ਬਹੁਤੇ ਵੱਧ ਜਾਂਦੇ ਆ, ਬਟ ਇੱਕ ਜਿਹੜਾ ਬੰਦਾ +2 ਵਾਲਾ ਹੈਗਾ ਉਹ ਵੀ ਇਹਦੇ ਵਿੱਚ ਪ੍ਰੋਫਾਈਲ ਲਾ ਸਕਦਾ, ਬਿਨਾਂ ਕਿਸੇ ਐਕਸਪੀਰੀਅੰਸ ਤੋਂ ਲਾ ਸਕਦਾ। ਤੇ ਜਮਾਂ ਉਹ ਜਦੋਂ ਪਾਸ ਕਰਦਾ, ਜੇ ਉਹਦੇ ਕੋਲ ਇੱਕ ਐਲੀਜੀਬਲ ਇੰਪਲੋਇਰ ਹੈਗਾ, ਰਿਕੁਆਇਰਮੈਂਟ ਪੂਰੀਆਂ ਕਰਦਾ, ਉਹਦੇ ਤੋਂ ਸਿਰਫ ਇੱਕ ਫਾਰਮ ਭਰਾਉਣਾ, ਕੋਈ LMIA ਨਹੀਂ ਲੈਣੀ, ਤੇ ਉਹ ਜੇ ਫਾਰਮ ਭਰ ਕੇ ਆਪਾਂ ਨੂੰ ਜੌਬ ਆਫਰ ਦੇ ਦਿੰਦਾ ਤਾਂ ਇਹਦੇ 'ਚ ਆਪਾਂ ਅੱਗੇ ਫਾਈਲ ਲਾ ਸਕਦੇ ਹਾਂ। ਸੋ ਇਹ ਹੈਗੀ ਜਿਹੜੀ ਆਪਾਂ ਸਟਰੀਮ ਇੰਟਰਨੈਸ਼ਨਲ ਸਟੂਡੈਂਟ ਸਟਰੀਮ, ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਬਾਈ ਜੀ, ਇੱਕ ਸਵਾਲ ਹੈ ਕਿ ਜਿਹੜੇ ਬੱਚੇ +2 ਵਾਲੇ ਆ, ਸੋ ਕਿੱਦਾਂ ਇਸ ਪ੍ਰੋਗਰਾਮ ਦੇ ਜਿਹੜਾ OINP ਪ੍ਰੋਗਰਾਮ ਆ, ਠੀਕ ਹੈ, ਇੰਪਲੋਇਰ ਬੇਸਡ ਜੌਬ ਆਫਰ ਤੇ ਡਿਪੈਂਡ ਕਰਦਾ ਹੈ ਸਾਰਾ, ਤਾਂ ਕਿੱਦਾਂ +2 ਵਾਲੇ ਬੱਚੇ ਜਿਹੜੇ ਹੈਗੇ ਆ ਉਹ ਓਨਟਾਰੀਓ ਦੇ ਵਿੱਚ ਆਪਦੀ ਪ੍ਰੋਵਿੰਸ ਛੱਡੇ ਬਿਨਾਂ PR ਹੋ ਸਕਦੇ ਆ? ਪਹਿਲਾਂ ਮਾੜਾ ਜਿਹਾ ਇਸ ਤੇ ਚਾਨਣਾ ਪਾ ਦਿਓ। ਸੋ ਇਹਦੇ 'ਚ ਆਪਾਂ +2 ਵਾਲੇ ਸਪੈਸ਼ਲੀ ਸਿਮਰ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ +2 ਵਾਲੇ ਬੱਚੇ ਯੂਜਲੀ ਇੱਥੇ 2 ਸਾਲ ਦੇ ਡਿਪਲੋਮੇ ਤੇ ਆਉਂਦੇ ਨੇ, ਜਿਵੇਂ ਆਪਾਂ ਨੂੰ ਪਤਾ। ਤੇ ਇਹ ਸਟਰੀਮ ਜਿਹੜੀ ਇਹਦੀ ਰਿਕੁਆਇਰਮੈਂਟ ਹੈਗੀ, ਉਹਦੇ 'ਚ ਜਿਹੜਾ ਵੀ ਕਾਲਜ ਕੋਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੰਦਾ, ਤੇ ਉੱਥੋਂ ਜੇ ਤੁਸੀਂ 2 ਸਾਲ ਦਾ ਡਿਪਲੋਮਾ ਕੀਤਾ ਹੋਇਆ ਤਾਂ ਤੁਹਾਡੀ ਐਲੀਜੀਬਿਲਟੀ ਬਣ ਜਾਂਦੀ ਆ। ਜਿਹੜੇ 1 ਸਾਲ ਦੇ ਪ੍ਰੋਗਰਾਮ ਨੇ, ਜੋ ਯੂਜਲੀ ਡਿਗਰੀ ਵਾਲੇ ਕਰਦੇ ਆ ਜਾਂ ਪੋਸਟ ਗ੍ਰੈਜੂਏਟ ਹੁੰਦੇ ਨੇ, ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਥੋੜ੍ਹੀ ਜਿਹੀ ਕੰਪਲੀਕੇਟਡ ਆ। ਇਸ ਕਰਕੇ 1 ਸਾਲ ਵਾਲੇ ਬਹੁਤ ਘੱਟ ਪ੍ਰੋਗਰਾਮ ਇਹਦੇ 'ਚ ਐਲੀਜੀਬਲ ਨੇ, 2 ਸਾਲ ਵਾਲੇ ਸਾਰੇ ਨੇ। ਸੋ ਸਿੱਧੀ ਜੀ ਗੱਲ ਹੈ ਕਿ
ਜਿਹੜੇ ਡਿਗਰੀ ਵਾਲੇ ਬੱਚੇ ਆਏ ਆ, ਕਈ ਵਾਰੀ ਉਹਨਾਂ ਦੀ ਐਲੀਜੀਬਿਲਟੀ ਘੱਟ ਬਣਦੀ ਹੈ ਤੇ +2 ਵਾਲਿਆਂ ਦੀ ਸਾਰਿਆਂ ਦੀ ਬਣ ਜਾਂਦੀ ਹੈ ਕਿ ਘੱਟੋ ਘੱਟ ਫਾਈਲ ਤਾਂ ਸਾਰੇ ਹੀ ਲਾ ਸਕਦੇ ਆ। ਉਹ ਤੋਂ ਅੱਗੇ ਫਿਰ ਇਹਦੇ ਚ ਪੁਆਇੰਟ ਸਿਸਟਮ ਹੁੰਦਾ। ਸੋ ਇਹ ਜਿਹੜਾ ਪ੍ਰੋਗਰਾਮ ਹੈ ਇਹ 2 ਪਾਰਟਾਂ ਚ ਆਪਾਂ ਜਾਂ 2 ਟੀਅਰ ਪ੍ਰੋਗਰਾਮ ਆ ਕਹਿ ਸਕਦੇ ਹਾਂ ਕੰਮ ਕਰਦਾ। ਸੋ ਪਹਿਲਾ ਪਾਰਟ ਇਹਦਾ ਹੈਗਾ ਵੀ ਆਪਾਂ ਇੱਕ ਐਕਸਪ੍ਰੈਸ਼ਨ ਆਫ ਇੰਟਰਸਟ ਓਨਟਾਰੀਓ ਨੂੰ ਪਾਉਂਦੇ ਆ, ਉੱਥੇ ਪ੍ਰੋਫਾਈਲ ਲਾਉਂਦੇ ਆ ਕਿ ਅਸੀਂ ਇੰਟਰਸਟਡ ਆ, ਸਾਡੇ ਕੋਲ ਜੌਬ ਆਫਰ ਹੈਗੀ ਆ। ਸੋ ਆਪਾਂ ਨੂੰ ਓਨਟਾਰੀਓ ਆ ਜਿਹੜਾ ਉਹ ਹਰੇਕ 1 ਮਹੀਨੇ ਦੇ ਤੇ ਇੱਕ ਡਰਾ ਕੱਢਦਾ ਤੇ ਉਹ ਡਰਾ ਦੇ ਸਕੋਰ ਦੇ ਵਿੱਚ ਜੇ ਆਪਣਾ ਆ ਜਾਂਦਾ ਨਾਮ ਤਾਂ ਉੱਥੋਂ ਆਪਾਂ ਉਹ ਆਪਾਂ ਨੂੰ ਇਨਵੀਟੇਸ਼ਨ ਦੇ ਦਿੰਦੇ ਨੇ ਤੇ ਉਹਦੇ ਬੇਸ ਦੇ ਉੱਪਰ ਆਪਾਂ ਜਾ ਕੇ ਜਿਹੜਾ PR ਪੋਰਟਲ ਆ ਫੈਡਰਲ ਨੂੰ ਉਹਦੇ ਵਿੱਚ ਫਾਈਲ ਆ ਜਿਹੜੀ ਉਹ ਲਾ ਦਿੰਦੇ ਆ। ਸੋ ਇਹਦੇ ਵਿੱਚ ਤੁਹਾਨੂੰ ਫੈਡਰਲ ਸਟੇਜ ਤੇ ਜਾ ਕੇ ਕੋਈ ਨੰਬਰਾਂ ਦੀ ਲੋੜ ਨਹੀਂ ਹੈਗੀ, ਕੋਈ ਤੁਸੀਂ ਐਕਸਪ੍ਰੈਸ ਐਂਟਰੀ 'ਚ ਨਹੀਂ ਜਾ ਰਹੇ, ਤੁਸੀਂ ਸਿੱਧਾ ਜਿਹੜਾ ਇੱਥੋਂ ਆਪਾਂ ਨੂੰ ਪੁਆਇੰਟ ਮਿਲੇ, ਇੱਕ ਵਾਰੀ ਅੰਟਾਰੀਓ ਨੇ ਆਪਾਂ ਨੂੰ ਨੋਮੀਨੇਟ ਕਰਤਾ ਤਾਂ 99.9% ਤੁਹਾਡੀ PR ਪੱਕੀ ਹੋ ਗਈ। ਬਾਈ ਜੀ ਇੱਕ ਚੀਜ਼ ਇੱਥੇ ਹੋਰ ਆ ਕਿ ਖਾਸ ਤੌਰ ਤੇ ਜਿਹੜੇ +2 ਵਾਲੇ ਬੱਚੇ ਆ, ਸੋ ਉਹਨਾਂ ਨੂੰ ਡਰਾਇਆ ਜਾਂਦਾ ਕਿ ਤੁਸੀਂ ਓਨਟਾਰੀਓ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਪ੍ਰੋਬਲਮ ਆ ਸਕਦੀ ਆ। ਇਹ ਤਾਂ ਮੈਂ ਕਹਿ ਸਕਦਾ ਕਿ ਬੰਦਾ ਈਜ਼ੀ ਵੇ ਦੇ ਨਾਲ ਕੈਨੇਡਾ ਦੇ ਓਨਟਾਰੀਓ ਪ੍ਰੋਵਿੰਸ ਦੇ ਵਿੱਚ PR ਲੈ ਸਕਦਾ ਇਸ ਪ੍ਰੋਗਰਾਮ ਦੇ OINP ਦੇ ਥਰੂ। ਤਾਂ ਜੀ ਬਿਲਕੁਲ ਲੈ ਸਕਦਾ ਜੀ। ਜੇ ਦੇਖੋ ਤੁਸੀਂ ਕਿਤੇ ਪ੍ਰੋਵਿੰਸ ਮੂਵ ਵੀ ਕਰਦੇ ਹੋ ਤਾਂ ਮੂਵ ਕਰਨ ਤੋਂ ਬਾਅਦ ਜਿਹੜੀਆਂ ਬਹੁਤੀਆਂ ਸਟਰੀਮਸ ਨੇ ਉਹ ਸਾਰੀਆਂ ਜੌਬ ਆਫਰ ਤੇ ਕੰਮ ਕਰਦੀਆਂ ਨੇ। ਉਹੀ ਜੌਬ ਆਫਰ ਤੁਸੀਂ ਅੰਟੈਰੀਓ ਦੇ ਵਿੱਚ ਰਹਿੰਦੇ ਹੋਏ ਲੈ ਲਓ ਤਾਂ ਇੱਥੇ ਵੀ ਤੁਹਾਡੀ ਫਾਈਲ ਲੱਗ ਜੂਗੀ। ਅੱਛਾ, ਇਹ ਤੋਂ ਵੀ ਵਧੀਆ ਇਹ ਆ ਵੀ ਜੇ ਤੁਸੀਂ ਅੰਟੈਰੀਓ 'ਚ ਹੀ ਰਹਿਣਾ ਤਾਂ ਤੁਸੀਂ ਜਿਹੜਾ GTA ਏਰੀਆ, ਗ੍ਰੇਟਰ ਟੋਰਾਂਟੋ ਏਰੀਆ, ਉਹ ਤੋਂ ਥੋੜਾ ਜਿਹਾ ਪਾਸੇ ਚੱਲ ਜਾਓ ਤਾਂ ਤੁਹਾਨੂੰ ਅੰਟੈਰੀਓ 'ਚ ਰਹਿੰਦੇ ਹੋਏ ਵੀ ਬਹੁਤ ਪੁਆਇੰਟ ਬਣ ਜਾਂਦੇ ਆ ਤੁਹਾਡੇ, ਕਿ ਇੱਥੇ ਰਹਿੰਦੇ ਹਰੇਕ +2 ਵਾਲੇ ਦੇ ਪੁਆਇੰਟ ਬਣ ਜਾਣਗੇ ਜੇ ਤੁਸੀਂ ਉਹ ਤੋਂ ਬਾਹਰ ਜਾ ਕੇ ਜੌਬ ਆਫਰ ਲੈ ਲੈਂਦੇ ਹੋ। ਜੇ ਤੁਸੀਂ ਪੜ੍ਹੇ ਵੀ GTA ਤੋਂ ਬਾਹਰ ਹੋ ਉਹ ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਠੀਕ ਹੈ ਬਾਈ ਜੀ, ਹੁਣ ਆਪਾਂ ਥੋੜਾ ਜਿਹਾ ਇਹਦੇ ਵੱਲ ਵਧੀਏ ਕਿ ਜੌਬ ਆਫਰ ਦੀਆਂ ਰਿਕੁਆਇਰਮੈਂਟਸ ਕੀ ਨੇ, ਠੀਕ ਹੈ, ਤੇ ਉਹ ਕੀ ਕੁਛ ਨੇ, ਤੇ ਆਪਾਂ ਸਕਰੀਨ ਤੇ ਚੱਲਦੇ ਹਾਂ ਜੀ। ਠੀਕ ਹੈ ਜੀ। ਸੋ ਜੌਬ ਆਫਰ ਦੀਆਂ ਜਿਹੜੀਆਂ ਇਹਦੇ 'ਚ ਰਿਕੁਆਇਰਮੈਂਟਸ ਨੇ ਜੀ ਉਹ ਕਾਫੀ ਸਿੰਪਲ ਨੇ, ਸਿੱਧੀਆਂ ਨੇ। ਪਹਿਲੀ ਗੱਲ ਇਹ ਆ ਵੀ ਜਿਹੜੀ ਜੌਬ ਹੈ ਤੁਹਾਡੀ ਉਹ ਫੁੱਲ ਟਾਈਮ ਤੇ ਪਰਮਾਨੈਂਟ ਹੋਣੀ ਚਾਹੀਦੀ ਹੈ। ਹੁਣ ਇਹਦਾ ਮਤਲਬ ਕੀ ਆ ਕਿ ਇਹ ਆਪਾਂ ਜੌਬ ਆਫਰ ਦੀ ਗੱਲ ਕਰ ਰਹੇ ਹਾਂ, ਇਹਦੇ 'ਚ ਕਿਤੇ ਇਹ ਨਹੀਂ ਹੈਗਾ ਤੁਸੀਂ ਅੱਜ ਕੀ ਕਰ ਰਹੇ ਹੋ, ਬਟ ਜਿਹੜਾ ਤੁਹਾਡਾ EMPLOYER ਆ ਉਹ ਤੁਹਾਨੂੰ ਆਫਰ ਕੀ ਕਰ ਰਿਹਾ। ਹੁਣ ਚਾਹੇ ਜੇ ਤੁਸੀਂ ਪਾਸ ਆਊਟ ਅੱਜ ਹੋਏ ਹੋ, ਭਾਵੇਂ ਤੁਸੀਂ ਉੱਥੇ ਪਾਰਟ ਟਾਈਮ ਕੰਮ ਕਰ ਰਹੇ ਹੋ, ਜੇ ਤੁਹਾਡਾ EMPLOYER ਕਹਿੰਦਾ ਵੀ ਹਾਂ ਮੈਂ ਤੈਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਮੈਂ ਤੁਹਾਨੂੰ ਘੱਟੋ ਘੱਟ 30 ਘੰਟਿਆਂ ਦੀ ਜੌਬ ਆ ਜਿਹੜੀ ਤੇ ਉਹ ਪਰਮਾਨੈਂਟ ਜੌਬ ਆ ਉਹ ਮੈਂ ਤੁਹਾਨੂੰ ਦੇਵਾਂਗਾ, ਤਾਂ ਉਹ ਜੌਬ ਇਹਦੇ ਵਿੱਚ ਆਪਣੀ ਆ ਜਾਂਦੀ ਆ। ਉਹ ਤੋਂ ਬਾਅਦ ਆ ਗਿਆ ਵੀ ਐਲੀਜੀਬਲ ਆਕੂਪੇਸ਼ਨ ਕਿਹੜੀਆਂ ਨੇ। ਸੋ ਇਹਦੇ 'ਚ ਜਿਹੜੀਆਂ ਵੀ ਨੌਕ A ਜਾਂ B ਦੇ ਵਿੱਚ ਆਉਂਦੀਆਂ ਨੇ ਉਹ ਸਾਰੀਆਂ ਹੀ ਆਕੂਪੇਸ਼ਨ ਐਲੀਜੀਬਲ ਨੇ। ਕੋਈ ਇਹਦਾ ਟੇਬਲ ਨਹੀਂ ਹੈਗਾ, ਕੋਈ ਤੁਸੀਂ ਕਿਸੇ ਨੂੰ ਪੁੱਛਣਾ ਨਹੀਂ ਮੈਂ ਐਲੀਜੀਬਲ ਹਾਂ ਜਾਂ ਨਹੀਂ ਹੈਗਾ, ਕੋਈ ਵੀ ਉਹ A ਤੇ B ਦੇ ਵਿੱਚ ਹੈਗਾ ਉਹ ਐਲੀਜੀਬਲ ਹੈ। ਉਹ ਤੋਂ ਬਾਅਦ ਇੱਕ ਇਹ ਜਿਹੜੀ ਵੇਜ ਲੈਵਲ ਵਾਲੀ ਗੱਲ ਹੈ, ਇਹ ਵੀ ਇਹਦੇ 'ਚ ਸੌਖੀ ਸ਼ਰਤ ਹੈ ਕਿਉਂਕਿ ਮੋਸਟਲੀ ਜਿਹੜੀਆਂ ਬਾਕੀ ਪ੍ਰੋਵਿੰਸਸ ਵੀ ਜੇ ਆਪਾਂ ਲਾਈਏ ਉਹਨਾਂ 'ਚ ਜੌਬ ਆਫਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਮੀਡੀਅਨ ਵੇਜ ਦੀ ਗੱਲ ਹੁੰਦੀ ਆ। ਸੋ ਮੀਡੀਅਨ ਵੇਜ ਕੀ ਹੁੰਦੀ ਆ, ਮੰਨ ਲਓ ਵੀ ਆਪਾਂ ਕੋਈ ਵੀ ਮੰਨ ਲਓ ਇੱਕ ਸੁਪਰਵਾਈਜ਼ਰ ਦੀ ਗੱਲ ਕਰ ਲਈਏ ਤਾਂ ਪ੍ਰੋਵਿੰਸ ਦੀ ਜਿਹੜੀ ਲੋਐਸਟ ਵੇਜ ਹੈ ਕਹਿ ਲਓ 15, ਮੈਂ ਐਵੇਂ ਹਾਈਪੋਥੈਟੀਕਲ ਐਗਜ਼ਾਮਪਲ ਲੈ ਰਿਹਾ, ਤੇ ਹਾਈਐਸਟ ਇੱਕ ਬੰਦਾ 20 ਤੇ ਵੀ ਕੰਮ ਕਰ ਰਿਹਾ ਹੈ। ਸੋ ਆਪਾਂ ਜਿਹੜੀ ਮੀਡੀਅਨ ਵੇਜ ਕੱਢਣੀ ਹੁੰਦੀ ਆ ਉਹ ਬੇਸਿਕਲੀ ਕੱਢਣੀ ਹੁੰਦੀ ਆ ਜਿਹੜਾ ਲੋਐਸਟ ਪਲੱਸ ਟੋਟਲ ਉਹਨੂੰ ਡਿਵਾਈਡਡ ਬਾਏ ਜਦ ਆਪਾਂ 2 ਕਰਦੇ ਹਾਂ ਉਸ ਚੀਜ਼ ਦਾ ਮੀਡੀਅਨ ਆ ਜਾਂਦਾ। ਤੇ ਉਹ ਮੀਡੀਅਨ ਹੁਣ ਲਾਈਏ ਤਾਂ ਆਪਾਂ 35 ਨੂੰ ਜੇ ਆਪਾਂ 2 ਨਾਲ ਕਰੀਏ ਤਾਂ ਮਤਲਬ ਵੀ ਕਹਿ ਲਓ ਵੀ ਕਿਤੇ ਮਤਲਬ 17-18 ਦੇ ਵਿੱਚ ਜੇ ਆ ਜਾਂਦੀ ਆ। ਸੋ ਇਹਦੇ 'ਚ ਮੀਡੀਅਨ ਦੀ ਵੀ ਸ਼ਰਤ ਹੈ ਨਹੀਂ। ਜੇ ਤੁਹਾਡੀ ਲੋਐਸਟ ਵੇਜ ਪ੍ਰੋਵਿੰਸ ਨੇ 15 ਲਿਖੀ ਆ, ਤੁਸੀਂ 15 ਤੇ ਕੰਮ ਕਰ ਰਹੇ ਹੋ, ਫਿਰ ਵੀ ਉਹ ਤੁਹਾਡੀ ਜੌਬ ਆਫਰ ਰਿਕੁਆਇਰਡ ਦੇ ਵਿੱਚ ਆਉਂਦੀ ਆ, ਰਿਕੁਆਇਰਮੈਂਟ ਨੂੰ ਪੂਰੀ ਕਰਦੀ ਆ ਜੀ। ਠੀਕ ਹੈ ਜੀ। ਸੋ ਉਹਦੇ ਬਾਅਦ ਇਹ ਹੈਗਾ ਜੀ ਪੋਜੀਸ਼ਨ ਜਿਹੜੀ ਉਹ ਨੈਸੈਸਰੀ ਹੋਵੇ EMPLOYER ਵਾਸਤੇ। ਸੋ ਇਹ ਬੇਸਿਕਲੀ ਕਹਿ ਲਓ ਇੱਕ ਸਿਰਫ ਨਾਮ ਦੀ ਸ਼ਰਤ ਆ। ਇਹ ਸ਼ਰਤ ਦਾ ਕੋਈ ਐਸਾ ਚ ਮਤਲਬ ਹੈ ਨਹੀਂ। ਜੇ EMPLOYER ਤੁਹਾਨੂੰ ਲਿਖ ਕੇ ਦੇ ਰਿਹਾ ਕਿ ਮੈਨੂੰ ਬੰਦਾ ਚਾਹੀਦਾ, ਉਹ ਤੁਸੀਂ ਇਸ ਰਿਕੁਆਇਰਮੈਂਟ ਨੂੰ ਪੂਰਾ ਕਰ ਲਿਆ। ਉਹ ਤੋਂ ਬਾਅਦ ਆ ਵੀ ਜਿਹੜਾ ਤੁਹਾਡਾ ਕੰਮ ਹੈ ਜੀ ਉਹ ਓਨਟਾਰੀਓ ਦੇ ਵਿੱਚ ਹੋਣਾ ਚਾਹੀਦਾ। ਸੋ ਇਹ ਜਿਹੜੀਆਂ ਹੈਗੀਆਂ ਜੀ ਆਪਣੀਆਂ ਸ਼ਰਤਾਂ ਹੈਗੀਆਂ ਸਾਰੀਆਂ ਜੌਬ ਆਫਰ। ਠੀਕ ਹੈ ਜੀ। ਫਿਰ ਆ ਗਿਆ ਵੀ ਇਹਦੇ 'ਚ ਜਿਹੜਾ ਐਪਲੀਕੈਂਟ ਹੈ ਉਹਦੀਆਂ ਰਿਕੁਆਇਰਮੈਂਟਸ ਕੀ ਨੇ। ਸੋ ਉਹਦੀਆਂ ਰਿਕੁਆਇਰਮੈਂਟਸ ਵੀ ਬਹੁਤ ਸਿੱਧੀਆਂ ਨੇ ਜੀ। ਇੱਥੇ ਹੁਣ ਜਿਹੜੀ ਆਪਾਂ ਗੱਲ ਕੀਤੀ ਸੀ ਵੀ ਕੋਈ ਵੀ ਡਿਗਰੀ ਜਾਂ ਡਿਪਲੋਮਾ ਜਿਹੜਾ 2 ਸਾਲ ਦਾ ਹੈਗਾ ਤੇ ਉਹ ਉਸ ਇੰਸਟੀਚਿਊਟ ਤੋਂ ਆਪਾਂ ਕੀਤਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੰਦਾ, ਉਹ ਸਾਰੇ ਹੀ ਇਹਦੇ 'ਚ ਐਲੀਜੀਬਲ ਨੇ, ਉਹ ਸਾਰੇ ਇਸ ਦੇ ਵਿੱਚ ਫਾਈਲ ਲਾ ਸਕਦੇ ਆ। ਜਦ ਆਪਾਂ ਗੱਲ ਕਰਦੇ ਹਾਂ 1 ਸਾਲ ਦੇ ਪ੍ਰੋਗਰਾਮ ਦੀ, ਉੱਥੇ ਥੋੜਾ ਜਿਹਾ
कह लो भी ਕੰਪਲਿਕੇਟਡ ਦਾ ਕੰਮ ਹੋ ਜਾਂਦਾ। ਉਹ ਮੈਂ ਐਕਸਪਲੇਨ ਕਰ ਦਿੰਦਾ ਕਿਵੇਂ ਕਿ 1 ਸਾਲ ਵਾਲੇ ਸਾਰੇ ਪ੍ਰੋਗਰਾਮ ਐਲੀਜੀਬਲ ਹੈ ਨਹੀਂ। 1 ਸਾਲ ਦੇ ਪ੍ਰੋਗਰਾਮ 'ਚ ਆਪਾਂ ਨੂੰ ਦੇਖਣਾ ਇਹ ਪੈਣਾ ਕਿ ਉਸ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਰਿਕੁਆਇਰਮੈਂਟਸ ਕੀ ਨੇ, ਵੀ ਉਹਦੀਆਂ ਪ੍ਰੀ ਰੈਕੁਇਜ਼ਿਟ ਜਿਹੜੀਆਂ ਕਾਲਜ ਨੇ ਆਪਦੀ ਸਾਈਟ ਤੇ ਲਿਖੀਆਂ ਹੋਈਆਂ ਉਹ ਕੀ ਨੇ। ਮੰਨ ਲਓ ਮੈਂ ਐਵੇਂ ਇੱਕ ਐਗਜ਼ਾਮਪਲ ਲੈਣਾ ਵੀ ਆਪਾਂ ਅਲਫਾ ਕਾਲਜ ਦੀ ਗੱਲ ਕਰੀਏ, ਵੀ ਅਲਫਾ ਕਾਲਜ ਤੋਂ ਆ ਕੇ ਕਿਸੇ ਨੇ ਸੇਂਟ ਲਾਰੈਂਸ ਦੇ ਅਲਫਾ ਕੈਂਪਸ ਤੋਂ ਪ੍ਰੋਜੈਕਟ ਮੈਨੇਜਮੈਂਟ ਦਾ ਪੋਸਟ ਗ੍ਰੈਜੂਏਟ ਉਹਨੇ ਸਰਟੀਫਿਕੇਟ ਕੀਤਾ। ਹੁਣ ਜੇ ਆਪਾਂ ਅਲਫਾ ਕਾਲਜ ਦੀ ਸਾਈਟ ਤੇ ਜਾਂਦੇ ਹਾਂ ਤਾਂ ਜਦ ਆਪਾਂ ਪ੍ਰੋਜੈਕਟ ਮੈਨੇਜਮੈਂਟ ਤੇ ਜਾਂਦੇ ਹਾਂ ਉੱਥੇ ਲਿਖਿਆ ਹੋਇਆ ਹੈ ਕਿ ਇਹਨੂੰ ਡਿਪਲੋਮੇ ਵਾਲਾ ਵੀ ਕਰ ਸਕਦਾ, ਇਹਨੂੰ ਡਿਗਰੀ ਵਾਲਾ ਵੀ ਕਰ ਸਕਦਾ, ਇਹਨੂੰ ਕੋਈ ਉਹ ਵੀ ਕਰ ਸਕਦਾ ਜਿਹਨੇ ਡਿਪਲੋਮਾ ਕਰਕੇ ਥੋੜਾ ਬਹੁਤਾ ਐਕਸਪੀਰੀਅੰਸ ਗੇਨ ਕੀਤਾ ਹੋਵੇ। ਸੋ ਇਸ ਕੇਸ ਦੇ ਵਿੱਚ ਇਹ ਪ੍ਰੋਗਰਾਮ ਇਹਦੇ 'ਚ ਐਲੀਜੀਬਲ ਨਹੀਂ ਹੋਊਗਾ। ਜੇ ਉੱਥੇ ਲਿਖਿਆ ਹੁੰਦਾ ਕਿ ਇਹਨੂੰ ਸਿਰਫ ਡਿਗਰੀ ਵਾਲਾ ਹੀ ਕਰ ਸਕਦਾ ਫਿਰ ਉਹ ਐਲੀਜੀਬਲ ਹੋਣਾ ਸੀ। ਸੋ ਮੋਟਾ ਜਿਹਾ ਹਿਸਾਬ ਇਹ ਹੈ ਵੀ ਪਬਲਿਕ ਕਾਲਜ ਹੋਣਾ ਚਾਹੀਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ ਜਿਹੜਾ ਵੀ ਕਾਲਜ ਹੈਗਾ। ਜੇ 2 ਸਾਲ ਦਾ ਪ੍ਰੋਗਰਾਮ ਹੈ ਕੋਈ ਰਿਕੁਆਇਰਮੈਂਟ ਤੁਸੀਂ ਚੈੱਕ ਨਹੀਂ ਕਰਨੀ, ਤੁਸੀਂ ਐਲੀਜੀਬਲ ਹੋ। ਜੇ 1 ਸਾਲ ਦਾ ਪ੍ਰੋਗਰਾਮ ਹੈ ਤੁਸੀਂ ਸਿਰਫ ਇਹ ਦੇਖਣਾ ਵੀ ਇਹਦੇ 'ਚ ਐਡਮਿਸ਼ਨ ਦੀ ਐਂਟਰੀ ਵਾਸਤੇ ਸ਼ਰਤਾਂ ਕੀ ਨੇ। ਠੀਕ ਹੈ ਜੀ। ਸੋ ਐਜੂਕੇਸ਼ਨ ਤੋਂ ਬਾਅਦ ਅੱਗੇ ਆ ਗਈ ਜੀ ਜਿਹੜਾ ਇਹ ਵੈਲਿਡ ਲਾਇਸੈਂਸ ਵਾਲਾ, ਇਹ ਸਿਰਫ ਉੱਥੇ ਹੀ ਕੰਮ ਕਰਦਾ ਜਿੱਥੇ ਤੁਸੀਂ ਤੁਹਾਡੀ ਜੌਬ ਨੂੰ ਕਰਨ ਵਾਸਤੇ ਲਾਇਸੈਂਸ ਚਾਹੀਦਾ। ਮੰਨ ਲਓ ਤੁਸੀਂ RN ਹੋ, ਤੁਸੀਂ RPN ਹੋ, ਜਾਂ ਤੁਸੀਂ ਕਿਸੇ ਹੋਰ ਇਹੋ ਜਿਹੇ ਪ੍ਰੋਫੈਸ਼ਨ 'ਚ ਕੰਮ ਕਰਦੇ ਹੋ ਜਿੱਥੇ ਲਾਇਸੈਂਸ ਚਾਹੀਦਾ। ਸੋ ਆਮ 90% ਜੌਬਾਂ ਵਾਸਤੇ ਆਪਾਂ ਨੂੰ ਕੋਈ ਲਾਇਸੈਂਸ ਨਹੀਂ ਚਾਹੀਦਾ। ਅੱਗੇ ਆ ਗਿਆ ਜੀ ਇੰਟੈਂਸ਼ਨ ਟੂ ਲਿਵ ਇਨ ontario ਹੋਣੀ ਚਾਹੀਦੀ ਆ। ਇਹਦਾ ਸਿਰਫ ਇੰਨਾ ਹੀ ਮਤਲਬ ਹੈ ਕਿ ਤੁਸੀਂ ਸ਼ੋਅ ਕਰਨਾ ਤੁਸੀਂ ontario 'ਚ ਰਹਿਣਾ ਚਾਹੁੰਦੇ ਹੋ। ਉਹ ਸ਼ੋਅ ਕਿਵੇਂ ਹੋਊਗਾ? ਜੇ ਤੁਸੀਂ ਇੱਥੇ ਪੜ੍ਹੇ ਹੋ, ਜੇ ਤੁਸੀਂ ਇੱਥੇ ਪਾਰਟ ਟਾਈਮ ਕੰਮ ਕੀਤਾ, ਉਹ ਆਪਣੇ ਆਪ ਸ਼ੋਅ ਹੋ ਗਿਆ, ਤੁਹਾਨੂੰ ਕੋਈ ਹੋਰ ਉਹਦੇ ਨਾਲ ਐਕਸਟਰਾ ਕਾਗਜ਼ ਪੱਤਰ ਲਾਉਣ ਦੀ ਲੋੜ ਨਹੀਂ ਹੈਗੀ। 5ਵੀਂ ਸ਼ਰਤ ਜਿਹੜੀ ਹੈਗੀ ਜੀ ਵੀ ਲੀਗਲ ਸਟੇਟਸ ਇਨ ਕੈਨੇਡਾ ਹੋਣਾ ਚਾਹੀਦਾ। ਇਹ ਸਾਰੇ ਪ੍ਰੋਗਰਾਮਾਂ ਵਾਸਤੇ ਹੀ ਆ ਵੀ ਤੁਸੀਂ ਕਿਸੇ ਵੀ ਐਲੀਜੀਬਲ ਵਰਕ ਪਰਮਿਟ ਤੇ ਹੋਣੇ ਚਾਹੀਦੇ ਹੋ, ਉਹ ਤੋਂ ਬਿਨਾਂ ਨਹੀਂ ਹੋ ਸਕਦਾ। ਫਿਰ ਇੱਕ ਇਹ ਬਹੁਤ ਜ਼ਰੂਰੀ ਸ਼ਰਤ ਆ ਜੀ ਐਪਲੀਕੇਸ਼ਨ ਪੀਰੀਅਡ। ਸੋ ਇਹ ਸ਼ਰਤ ਕੀ ਕਹਿੰਦੀ ਹੈ ਕਿ ਜਿਹੜੀ ਆਪਣੀ ਗ੍ਰੈਜੂਏਸ਼ਨ ਡੇਟ ਹੈ, ਜੋ ਵੀ ਆਪਣੀ ਗ੍ਰੈਜੂਏਸ਼ਨ ਦੀ ਤਰੀਕ ਲਿਖੀ ਗਈ ਉਹਦੇ ਤੋਂ 2 ਸਾਲ ਦੇ ਵਿੱਚ ਹੀ ਆਪਾਂ ਇਸ ਪ੍ਰੋਗਰਾਮ ਵਿੱਚ ਐਲੀਜੀਬਲ ਹੁੰਦੇ ਹਾਂ। ਮੰਨ ਲਓ ਕੋਈ ਬੰਦਾ 30 ਅਪ੍ਰੈਲ 2021 ਨੂੰ ਗ੍ਰੈਜੂਏਟ ਹੁੰਦਾ ਤਾਂ ਉਹ 30 ਅਪ੍ਰੈਲ 2023 ਤੱਕ ਹੀ ਇਹਦੇ 'ਚ ਫਾਈਲ ਲਾ ਸਕਦਾ। ਉਹ 1 ਮਈ 2023 ਨੂੰ ਇਹਦੇ 'ਚ ਫਾਈਲ ਲਾਉਣ ਵਾਸਤੇ ਐਲੀਜੀਬਲ ਨਹੀਂ ਹੋਊਗਾ। ਸੋ ਤੁਸੀਂ 2 ਸਾਲ ਦੇ ਵਿੱਚ ਹੀ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ। ਤੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਲਾ ਲਓ ਵੀ 5-6 ਆਪਣੀਆਂ ਸ਼ਰਤਾਂ ਨੇ ਜਿਹੜੀਆਂ ਐਪਲੀਕੈਂਟ ਵਾਸਤੇ ਆਪਾਂ ਨੂੰ ਚਾਹੀਦੀਆਂ ਨੇ। ਹੁਣ ਬਾਈ ਜੀ ਆਪਾਂ ਇੱਥੇ ਗੱਲ ਕਰ ਲਈਏ ਕਿ EMPLOYER ਦੀਆਂ ਜਿਹੜੀਆਂ ਰਿਕੁਆਇਰਮੈਂਟ ਆ ਉਹ ਕੀ ਨੇ? ਜੀ ਸੋ EMPLOYER ਦੀਆਂ ਰਿਕੁਆਇਰਮੈਂਟ ਵੈਸੇ ਤਾਂ ਬਹੁਤ ਸਿੱਧੀਆਂ ਨੇ ਜੀ। ਜਿਹੜੀਆਂ ਜਰਨਲ ਰਿਕੁਆਇਰਮੈਂਟਸ ਨੇ ਓਵਰਆਲ ਉਹ ਇਹ ਨੇ ਕਿ 3 ਸਾਲ ਤੋਂ ਕੰਮ ਦੇ ਵਿੱਚ ਹੋਵੇ, ontario ਦੇ ਵਿੱਚ ਉਹਨਾਂ ਦਾ ਆਫਿਸ ਹੋਣਾ ਚਾਹੀਦਾ, ਰਜਿਸਟ੍ਰੇਸ਼ਨ ਬਿਜ਼ਨਸ ਹੈ ਜਿਹੜੀ ਉਹ ontario ਦੇ ਵਿੱਚ ਹੋਣੀ ਚਾਹੀਦੀ ਆ, ਤੇ ਉਹਨਾਂ ਦੇ ਖਿਲਾਫ ਕੋਈ ਪਹਿਲਾਂ ontario EMPLOYMENT ਦੇ ਵਿੱਚ ਸ਼ਿਕਾਇਤ ਨਾ ਹੋਈ ਹੋਵੇ ਕਦੇ। ਇਹ 3 ਹੈਗੀਆਂ ਨੇ ਉਹਨਾਂ ਦੀਆਂ ਜਰਨਲ ਸ਼ਰਤਾਂ। ਫਿਰ ਆ ਜਾਂਦੀ ਹੈ ਜੀ ਇਹਦੇ 'ਚ ਰੈਵਨਿਊ ਦੀ ਸ਼ਰਤ। ਹੁਣ ਰੈਵਨਿਊ ਦੀ ਸ਼ਰਤ ਜਿਹੜੀ ਹੈਗੀ ਆ ਉਹ ਅੱਡ ਆ ਜੀ। GTA ਦੇ ਵਿੱਚ ਅੱਡ, ਆਊਟਸਾਈਡ GTA ਅੱਡ ਹੈ। ਆਪਾਂ ਅੱਗੇ ਜਾ ਕੇ GTA ਵਾਲਾ ਮੈਪ ਵੀ ਇੱਕ ਦਿਖਾ ਦਿੰਦੇ ਹਾਂ। ਹਾਂਜੀ ਤੇ GTA ਆਪਾਂ ਕਿਹਨੂੰ ਕਹਿੰਦੇ ਆ ਤੇ GTA ਤੋਂ ਬਾਹਰ ਕੀ ਆ। ਸੋ GTA ਦੇ ਵਿੱਚ ਜੀ 1 ਮਿਲੀਅਨ ਦੀ ਉਹਨਾਂ ਦੀ ਗ੍ਰੋਸ ਟਰਨਓਵਰ ਜਾਂ ਐਨੂਅਲ ਰੈਵਨਿਊ ਹੋਣਾ ਚਾਹੀਦਾ। ਗ੍ਰੋਸ ਦਾ ਮਤਲਬ ਹੈ ਜੋ ਵੀ ਪੈਸਾ ਅੰਦਰ ਆਇਆ ਉਹਦੇ 'ਚ ਉਹਨਾਂ ਨੇ ਤਨਖਾਹਾਂ ਦਿੱਤੀਆਂ, ਉਹਨਾਂ ਨੂੰ ਘਾਟਾ ਪਿਆ, ਉਹਨਾਂ ਨੇ ਸਮਾਨ ਖਰੀਦਿਆ, ਉਹਦੇ ਨਾਲ ਫਰਕ ਨਹੀਂ ਪੈਂਦਾ। ਜੇ 1 ਮਿਲੀਅਨ ਉਹਨਾਂ ਦੇ ਬਿਜ਼ਨਸ ਦੇ ਵਿੱਚ ਆਇਆ, ਜੋ ਕਿ ਇੱਕ ਆਮ ਗੱਲ ਆ। ਜੇ ਆਪਣਾ ਇੱਕ ਕਹਿ ਲਓ ਵੀ ਸਮਾਲ ਸਕੇਲ ਬਿਜ਼ਨਸ ਵੀ ਹੈਗਾ, ਮੋਸਟ ਬਿਜ਼ਨਸ ਕਹਿ ਲਓ ਵੀ ਜਿਹਦੇ 5-7 ਬੰਦੇ ਕੰਮ ਕਰਦੇ ਆ ਉਹ 1 ਮਿਲੀਅਨ ਲੈ ਆਉਂਦੇ ਆ। ਸੋ ਜੇ GTA ਦੇ ਵਿੱਚ ਆ ਤਾਂ 1 ਮਿਲੀਅਨ ਦਾ ਟਰਨਓਵਰ ਹੋਣਾ ਚਾਹੀਦਾ। ਜੇ GTA ਤੋਂ ਬਾਹਰ ਹੈ ਤਾਂ 5 ਲੱਖ ਦਾ ਟਰਨਓਵਰ ਹੋਣਾ ਚਾਹੀਦਾ। ਠੀਕ ਹੈ ਜੀ। ਤੇ ਇਹ ਤੋਂ ਅੱਗੇ ਆ ਗਿਆ ਵੀ ਉਹਨਾਂ ਦੇ ਕੋਲੇ ਜੇ GTA ਦੇ ਵਿੱਚ ਹੈਗੀ ਜੌਬ ਤਾਂ 5 ਬੰਦੇ ਨੇ ਜਿਹੜੇ ਘੱਟੋ ਘੱਟ ਪੇਰੋਲ ਤੇ ਕੰਮ ਕਰਦੇ ਹੋਣੇ ਚਾਹੀਦੇ ਨੇ, ਜਿਹੜੇ ਕਿ PR ਜਾਂ ਸਿਟੀਜ਼ਨ ਹੋਣ। ਜੇ ਇਹੀ ਜੌਬ GTA ਤੋਂ ਬਾਹਰ ਚੱਲ ਜਾਂਦੀ ਹੈ ਤਾਂ ਉਹਨਾਂ ਕੋਲੇ ਇਹ ਬੰਦੇ ਨੇ ਜਿਹੜੇ 3 ਹੋਣੇ ਚਾਹੀਦੇ ਨੇ ਜੀ। ਤੇ ਇਹ ਚੌਥਾ ਤਾਂ ਉਹਨਾਂ ਨੇ EMPLOYER ਫਾਰਮ ਭਰਨਾ ਇੱਕ। ਤੇ ਇਹ ਆਪਣੀਆਂ ਮੋਟੀਆਂ ਜਿਹੜੀਆਂ ਹੈਗੀਆਂ EMPLOYER ਦੀਆਂ ਰਿਕੁਆਇਰਮੈਂਟਸ ਨੇ। ਸੋ ਇਹਦੇ ਵਿੱਚ ਇਹ ਜਿਹੜਾ EMPLOYER ਫਾਰਮ ਹੈ ਆਪਾਂ ਸਿਰਫ ਇਹੀ ਭਰਾਉਣਾ ਹੁੰਦਾ, ਕੋਈ LMIA ਦੀ ਰਿਕੁਆਇਰਮੈਂਟ ਨਹੀਂ, ਕੋਈ ਐਡ ਪਾਉਣ ਦੀ ਰਿਕੁਆਇਰਮੈਂਟ ਨਹੀਂ, ਕੋਈ ਐਕਸਟਰਾ ਖਰਚਾ ਨਹੀਂ ਹੈਗਾ।
ਠੀਕ ਹੈ ਬਾਈ ਜੀ, ਠੀਕ ਹੈ। ਹੁਣ ਆਪਾਂ ਸਕੋਰਿੰਗ ਫੈਕਟਰ ਵੱਲ ਦੇਖ ਲਈਏ ਵੀ ਇਹਦੇ ਸਕੋਰਿੰਗ ਫੈਕਟਰ ਕਿੱਦਾਂ ਸਕੋਰ ਕਾਊਂਟ ਹੁੰਦੇ ਆ। ਸੋ ਜੀ ਉਹਦੇ ਅੱਗੇ ਆਪਾਂ ਐਜ਼ ਏ ਐਗਜ਼ਾਮਪਲ ਅੱਗੇ ਪ੍ਰੋਫਾਈਲ ਵੀ ਇੱਕ ਕ੍ਰੀਏਟ ਕਰਕੇ ਐਜ਼ ਏ ਜਾਣੀ ਕਿ ਰਫ ਐਗਜ਼ਾਮਪਲ ਦੇ ਦਿਆਂਗੇ। ਠੀਕ ਹੈ, ਜੀ ਉਹ ਅੱਗੇ ਜਾ ਕੇ ਤੁਸੀਂ ਮਾੜਾ ਜਿਹਾ ਸਕੋਰਿੰਗ ਵਾਲਾ ਲੈਵਲ ਥੋੜਾ ਜਿਹਾ ਸਮਝਾ ਦਿਓ ਵੀ ਇਹਦੇ ਵਿੱਚ ਸਕੋਰ ਦਾ ਸਿਸਟਮ ਕੀ ਹੁੰਦਾ। ਇੱਕ ਰਫ ਫਾਈਲ ਆਪਾਂ ਅੱਗੇ ਬਣਾ ਸਕਦੇ ਹਾਂ। ਜੀ ਸੋ ਸਕੋਰਿੰਗ ਦਾ ਸਿਸਟਮ ਇਹਦੇ ਚ ਜੀ, ਇਹ ਜਿਹੜੀਆਂ ਆਪਾਂ ਆਹ ਚੀਜ਼ਾਂ ਦੇਖ ਰਹੇ ਹਾਂ ਜੀ, ਇਹ ਚੀਜ਼ਾਂ ਹੈਗੀਆਂ ਜੌਬ ਆਫਰ ਤੇ। ਤੁਸੀਂ ਪਹਿਲਾਂ ਕੀ ਕੀਤਾ, ਤੁਸੀਂ ਹੁਣ ਕੀ ਕਰਦੇ ਹੋ, ਉਹਦੇ ਨਾਲ ਆਪਣਾ ਕੋਈ ਮਤਲਬ ਨਹੀਂ। ਆਪਾਂ ਨੂੰ ਜੌਬ ਆਫਰ ਮਿਲ ਕਿਹੜੀ ਰਹੀ ਆ। ਹੂੰ ਹੂੰ ਸੋ ਉਹਦੇ ਚ ਜੇ ਆਪਾਂ ਨੂੰ ਜਿਹੜੀ ਜੌਬ ਆਫਰ ਮਿਲ ਰਹੀ ਆ ਉਹ NOC A ਦੇ ਵਿੱਚ ਆਉਂਦੀ ਹੈ ਤਾਂ 10 ਪੁਆਇੰਟ ਨੇ, B ਚ ਆਉਂਦੀ 8 ਪੁਆਇੰਟ ਨੇ, C ਤੇ D ਇਸ ਪ੍ਰੋਗਰਾਮ ਵਾਸਤੇ ਐਲੀਜੀਬਲ ਹੀ ਹੈਗੀ। ਠੀਕ ਹੈ ਜੀ। ਫਿਰ ਆ ਗਿਆ ਵੀ ਜਿਹੜਾ ਜੌਬ ਆਫਰ ਹੈ, ਜਿਹੜਾ ਤੁਹਾਡਾ NOC ਕੋਡ ਹੈ ਉਹ ਜੇ ਤਾਂ 0 1 2 3 9 ਨਾਲ ਸ਼ੁਰੂ ਹੁੰਦਾ ਫਿਰ ਤੁਹਾਨੂੰ 10 ਪੁਆਇੰਟ ਮਿਲ ਜਾਣੇ ਆ। ਜੇ ਉਹ 4 5 6 7 8 ਨਾਲ ਸ਼ੁਰੂ ਹੁੰਦਾ ਤਾਂ ਤੁਹਾਨੂੰ 5 ਪੁਆਇੰਟ ਹੀ ਮਿਲਣੇ ਆ। ਹੁਣ ਆਪਾਂ ਐਗਜ਼ਾਮਪਲ ਲੈ ਲਈਏ ਕਿ 6311 ਫੂਡ ਸਰਵਿਸ ਸੁਪਰਵਾਈਜ਼ਰ ਆ, ਜਿਹੜਾ ਹੁੰਦਾ ਫੂਡ ਸਰਵਿਸ ਸੁਪਰਵਾਈਜ਼ਰ, ਉਹ ਹਾਂਜੀ 6311 63111 6 ਨਾਲ ਸ਼ੁਰੂ ਹੁੰਦਾ ਤਾਂ ਉਹਦੇ ਮਤਲਬ ਆਪਾਂ ਨੂੰ 5 ਪੁਆਇੰਟ ਮਿਲ ਜਾਣਗੇ ਜੀ। ਫਿਰ ਆ ਗਿਆ ਜਿਹੜੀ ਜੌਬ ਆਪਾਂ ਨੂੰ ਆਫਰ ਹੋ ਰਹੀ ਆ ਉਹਦੀ ਪੇ ਕਿੰਨੀ ਆ। ਜੇ ਤਾਂ 20 ਤੋਂ ਨੀਚੇ ਪੇ ਆ ਤਾਂ ਆਪਾਂ ਨੂੰ ਕੋਈ ਸਕੋਰ ਨਹੀਂ ਮਿਲਦਾ। ਜੇ ਉਹਦੀ ਪੇ ਹੈਗੀ ਜੀ 20 ਤੋਂ ਲੈ ਕੇ 3999 3999 ਤੱਕ ਤਾਂ ਆਪਾਂ ਨੂੰ 5 ਪੁਆਇੰਟ ਮਿਲਣੇ ਨੇ। 40 ਤੋਂ ਉੱਪਰ ਕੁਝ ਵੀ ਹੋਵੇ ਤਾਂ 10 ਪੁਆਇੰਟ ਮਿਲ ਜਾਣੇ ਆ। ਹੁਣ ਇਹ ਜਿਹੜਾ ਆ ਗਿਆ ਜੀ ਕੈਨੇਡੀਅਨ ਵਰਕ ਐਕਸਪੀਰੀਅੰਸ। ਸੋ ਕੈਨੇਡੀਅਨ ਵਰਕ ਐਕਸਪੀਰੀਅੰਸ ਦਾ ਇਹ ਹੈ ਜੀ, ਜੇ ਆਪਣੇ ਕੋਲੇ ਕਿਊਮੂਲੇਟਿਵ ਐਕਸਪੀਰੀਅੰਸ ਵੀ ਹੈਗਾ ਤੇ ਜਿਹੜਾ ਇਹ ਐਕਸਪੀਰੀਅੰਸ ਆ, ਮੈਂ ਇਹਦੇ ਚ ਇੱਕ ਹੋਰ ਗੱਲ ਬਹੁਤ ਇੰਪੋਰਟੈਂਟ ਐਡ ਕਰਦਾ, ਇਹ ਤੁਹਾਡਾ ਪਾਰਟ ਟਾਈਮ ਐਸ ਸਟੂਡੈਂਟ ਵੀ ਹੋ ਸਕਦਾ। ਜੇ ਕਿਸੇ ਦਾ ਐਕਸਪੀਰੀਅੰਸ ਪਾਰਟ ਟਾਈਮ ਐਸ ਸਟੂਡੈਂਟ ਵੀ ਟੋਟਲ ਐਕਸਪੀਰੀਅੰਸ ਜਿਹੜਾ 1 ਸਾਲ ਦਾ ਬਣਦਾ ਤਾਂ ਵੀ ਉਹ ਇਹ 4 ਪੁਆਇੰਟ ਕਲੇਮ ਕਰ ਸਕਦਾ। ਠੀਕ ਹੈ ਜੀ। ਸੋ ਜੇ ਕਿਸੇ ਕੋਲੇ ਹੈਗਾ ਤਾਂ ਉਹਨੂੰ 4 ਪੁਆਇੰਟ ਐਕਸਟਰਾ ਮਿਲ ਜਾਣਗੇ, ਜੇ ਨਹੀਂ ਹੈਗਾ ਤਾਂ ਉਹਦੇ 4 ਪੁਆਇੰਟ ਹੀ ਗਏ। ਸੋ ਐਕਸਪੀਰੀਅੰਸ ਇਹਦੇ ਚ ਕੋਈ ਬਾਹਲਾ ਵੱਡਾ ਫੈਕਟਰ ਹੈਗਾ ਨਹੀਂ। ਇਹੀ ਜਿਹੜਾ ਐਕਸਪੀਰੀਅੰਸ ਹੈ, ਜੇ ਤੁਹਾਡਾ NOC A ਲੈਵਲ ਦੇ ਵਿੱਚ ਹੈਗਾ ਤਾਂ 3 ਪੁਆਇੰਟ ਤੁਹਾਨੂੰ ਉਹਨਾਂ ਨੇ ਬੋਨਸ ਹੋਰ ਔਨ ਟੌਪ ਦੇ ਦੇਣੇ ਆ। ਜੇ ਹੋਰ ਕਿਸੇ ਵੀ NOC ਕੋਡ ਦੇ ਵਿੱਚ B C ਜਾਂ D ਦੇ ਵਿੱਚ ਆ ਤਾਂ ਕੋਈ ਪੁਆਇੰਟ ਨਹੀਂ। ਸੋ ਆਮ ਆਪਣੇ ਜਿਹੜੇ ਬੱਚੇ ਆ +2 ਵਾਲੇ ਉਹ B ਦੇ ਵਿੱਚ ਕੰਮ ਕਰਦੇ ਆ। ਸੋ ਮੈਂ ਇਹੀ ਮੰਨ ਕੇ ਚੱਲਦਾ ਜੇ ਐਕਸਪੀਰੀਅੰਸ ਹੈ ਵੀ ਨਹੀਂ ਤਾਂ ਵੀ ਉਹਨਾਂ ਦੇ ਸਿਰਫ 4 ਹੀ ਪੁਆਇੰਟ ਗਏ। ਕੋਈ A ਲੈਵਲ ਵਾਲਾ ਹੋਵੇ ਉਹਦੇ ਚਲੋ 7 ਪੁਆਇੰਟ ਤਾਂ ਉਹਨੂੰ ਨੁਕਸਾਨ ਹੋ ਜਾਣਾ ਸੀ। ਹੂੰ ਠੀਕ ਹੈ ਜੀ। ਸੋ ਇਹ ਤੋਂ ਬਾਅਦ ਇਹ ਇੱਕ ਬੋਨਸ ਇਹਨਾਂ ਨੇ ਪੁਆਇੰਟ ਰੱਖਿਆ। ਇਹ ਜੇ ਤੁਹਾਡੇ ਕੋਲੇ ਹੈਗਾ ਤਾਂ ਬਹੁਤ ਵਧੀਆ, ਨਹੀਂ ਹੈਗਾ ਤਾਂ ਕੋਈ ਨਹੀਂ। ਇਹਦਾ ਸਿਰਫ ਇੰਨਾ ਹੀ ਹੈ ਕਿ ਕਿਸੇ 1 ਸਾਲ ਦੇ ਵਿੱਚ ਪਿਛਲੇ 5 ਸਾਲਾਂ 'ਚ ਜੇ ਤੁਹਾਨੂੰ $40,000 ਸਾਲ ਦੇ ਵਿੱਚ ਬਣਿਆ, ਤੁਹਾਡੇ ਨੋਟਿਸ ਆਫ ਅਸੈਸਮੈਂਟ ਤੇ 40,000 ਲਿਖਿਆ ਤਾਂ 3 ਪੁਆਇੰਟ ਉਹਨਾਂ ਨੇ ਬੋਨਸ ਦੇ ਦੇਣੇ ਆ। ਤੇ ਜੇ ਨਹੀਂ ਲਿਖਿਆ ਤਾਂ ਇਹ ਕਿਸੇ ਨੂੰ ਨਹੀਂ ਮਿਲਦਾ। ਸੋ ਮੋਸਟਲੀ ਇਹ ਵੀ ਇਰਰੈਲੇਵੈਂਟ ਫੈਕਟਰ ਹੈ। ਇਰਰੈਲੇਵੈਂਟ ਇਸ ਕਰਕੇ ਹੈ ਕਿ ਮੋਸਟਲੀ 40,000 ਦਾ ਇਕੱਠਾ ਗ੍ਰੋਸ ਸਟੂਡੈਂਟ ਹੁੰਦੇ, ਕਿਸੇ ਦਾ ਬਣਦਾ ਨਹੀਂ। ਸੋ ਇਹ ਕਿਸੇ ਨੂੰ ਵੀ ਨਹੀਂ ਮਿਲਦਾ। ਸੋ ਇਹ ਬਾਹਰ ਹੀ ਰੱਖ ਦਿੰਦੇ ਹੁੰਦੇ ਆਪਾਂ। ਠੀਕ ਹੈ ਜੀ। ਠੀਕ ਹੈ ਜੀ। ਉਹ ਤੋਂ ਬਾਅਦ ਆ ਗਿਆ ਜੀ ਤੁਹਾਡਾ ਹਾਈਐਸਟ ਲੈਵਲ ਆਫ ਐਜੂਕੇਸ਼ਨ। ਹੁਣ ਜਿਹੜਾ ਇਹ ਹਾਈਐਸਟ ਲੈਵਲ ਆਫ ਐਜੂਕੇਸ਼ਨ ਹੈ, ਇਹ ਬੇਸਿਕਲੀ ਦੇਖਿਆ ਜਾਂਦਾ ਜਿਹੜੀ ਵੀ ਚੀਜ਼ ਤੁਹਾਡੇ ਕੋਲੇ ਹਾਈਐਸਟ ਹੈਗੀ ਬਟ ਜੇ ਤੁਹਾਡੇ ਕੋਲੇ WS ਜਾਂ ECA ਜਾਂ ਕ੍ਰੈਡੈਂਸ਼ਲਿੰਗ ਕਰਾਈ ਹੈ, ਇਹ ਕੈਨੇਡਾ ਤੋਂ ਬਾਹਰ ਵੀ ਹੋ ਸਕਦੀ ਹੈ। ਓਕੇ ਜੀ। ਸੋ ਜੇ ਤਾਂ ਕਿਸੇ ਕੋਲੇ ਕੋਈ ਇੰਡੀਆ ਤੋਂ ਮੰਨ ਲਓ ਡਿਗਰੀ ਕਰਕੇ ਆਇਆ ਤੇ ਉਹਦਾ 1 ਸਾਲ ਵਾਲਾ ਪ੍ਰੋਗਰਾਮ ਵੀ ਇੱਥੇ ਐਲੀਜੀਬਲ ਸੀ ਤਾਂ ਉਹਦੀ ਜਿਹੜੀ ਇੰਡੀਆ ਵਾਲੀ ਡਿਗਰੀ ਆ ਉਹਨੂੰ 6 ਪੁਆਇੰਟ ਮਿਲ ਜਾਣਗੇ। ਪਰ ਆਪਾਂ ਇੱਥੇ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਬੰਦਾ ਉਹਨੇ +2 ਕਰਕੇ ਹੀ ਆਇਆ ਸੀ, ਉਹਦੇ ਕੋਲੇ ਡਿਪਲੋਮਾ ਹੀ ਆ, ਤਾਂ ਵੀ ਉਹਨੂੰ 1 ਪੁਆਇੰਟ ਦਾ ਹੀ ਫਰਕ ਪਿਆ। ਉਹਨੂੰ 5 ਪੁਆਇੰਟ ਹਰੇਕ ਡਿਪਲੋਮੇ ਵਾਲੇ ਨੂੰ ਇਨ ਐਨੀ ਕੇਸ ਮਿਲ ਗਏ। ਹਾਂਜੀ ਜੇ ਕੋਈ ਮਾਸਟਰਸ ਕਰਕੇ ਆਇਆ ਪਹਿਲਾਂ ਤਾਂ ਉਹਨੂੰ 8 ਮਿਲ ਜਾਣੇ ਆ ਜੀ। ਕੋਈ PhD ਕਰਕੇ ਆਇਆ ਉਹਨੂੰ 10 ਮਿਲ ਜਾਣੇ ਆ ਇੱਥੇ। ਓਕੇ ਜੀ। ਠੀਕ ਹੈ ਜੀ। ਫਿਰ ਆ ਗਿਆ ਫੀਲਡ ਆਫ ਸਟੱਡੀ। ਹੁਣ ਜਦੋਂ ਆਪਾਂ ਫੀਲਡ ਆਫ ਸਟੱਡੀ ਦੀ ਗੱਲ ਕਰਦੇ ਹਾਂ, ਹੁਣ ਆਪਾਂ ਦੁਬਾਰੇ ਆ ਗਏ ਕੈਨੇਡੀਅਨ ਐਜੂਕੇਸ਼ਨ ਤੇ। ਇਹਦੇ ਤੁਸੀਂ ਇੰਡੀਆ 'ਚ ਕੀ ਪੜ੍ਹਿਆ, ਤੁਸੀਂ ਇੰਜੀਨੀਅਰ ਪੜ੍ਹੀ ਹੈ, ਤੁਸੀਂ ਮੈਡੀਕਲ ਪੜ੍ਹੀ ਹੈ, ਕੋਈ ਫਰਕ ਨਹੀਂ ਪੈਂਦਾ। ਤੁਸੀਂ ਕੈਨੇਡਾ 'ਚ ਕੀ ਪੜ੍ਹਿਆ। ਹੁਣ ਕੈਨੇਡਾ 'ਚ ਜੇ ਤੁਹਾਡਾ ਕੋਰਸ ਇੰਜੀਨੀਅਰਿੰਗ ਦਾ ਸੀ ਤੁਹਾਨੂੰ 10 ਪੁਆਇੰਟ ਮਿਲ ਜਾਣੇ ਆ। ਜੇ ਤੁਹਾਡਾ ਕੋਰਸ ਹੈਲਥ ਨਾਲ ਰਿਲੇਟਡ ਸੀ ਤੁਹਾਨੂੰ 10 ਪੁਆਇੰਟ ਮਿਲ ਜਾਣੇ ਆ। ਮੈਥ ਜਾਂ ਕੰਪਿਊਟਰ ਸਾਇੰਸ ਨਾਲ ਸੀ 9 ਮਿਲ ਜਾਣੇ ਆ। ਬਿਜ਼ਨਸ ਨਾਲ ਸੀ ਤਾਂ 7 ਮਿਲ ਜਾਣੇ ਆ। ਹੁਣ ਆਪਣੇ ਮੋਸਟਲੀ ਸਟੂਡੈਂਟ ਕਹਿ ਲਓ ਵੀ ਇੱਕ ਵੱਡੇ ਜਿਹੜੀ ਗਿਣਤੀ ਹੈ ਮੈਜੋਰਿਟੀ ਉਹ ਬਿਜ਼ਨਸ 'ਚ ਆਉਂਦੀ ਹੈ। ਸੋ 7 ਪੁਆਇੰਟ ਤਾਂ ਹਰੇਕ ਜਣਾ ਮੰਨ ਕੇ ਹੀ ਚੱਲੋ। ਤੇ ਅੱਗੇ ਟ੍ਰੇਡ 'ਚ ਆ ਤਾਂ 7 ਮਿਲ ਜਾਣੇ ਆ। ਤੁਹਾਡਾ ਸੋਸ਼ਲ ਲੀਗਲ ਐਜੂਕੇਸ਼ਨ ਦੇ ਵਿੱਚ ਆ ਤਾਂ 6 ਆ। ਆਰਟਸ ਜਾਂ ਹਿਊਮੈਨਿਟੀਜ਼ 'ਚ ਆ ਤਾਂ 5 ਪੁਆਇੰਟ ਆ ਜੀ। ਇਹ ਸਭ ਨੂੰ ਮਿਲਣੇ ਹੀ ਮਿਲਣੇ ਆ। ਹੁਣ ਇਹ ਤੋਂ ਬਾਅਦ ਅੱਗੇ ਆ ਗਿਆ ਜੀ
ਕੈਨੇਡਾ ਦੇ ਵਿੱਚ ਆ ਕੇ ਜੇ ਕਿਸੇ ਨੇ ਸਿਰਫ ਇੱਕ ਡਿਪਲੋਮਾ ਕੀਤਾ ਬਾਈ ਜੀ ਇੱਥੇ ਇੱਕ ਕਨਫਿਊਜ਼ਨ ਕ੍ਰੀਏਟ ਹੋ ਜਾਣੀ ਆ। ਜੀ, ਹੁਣ ਜਿਹੜੇ 1-1 ਸਾਲ ਦੇ ਕਰੀ ਬੈਠੇ ਆ 2, ਫਿਰ ਉਹਨਾਂ ਨੇ ਸਿਆਪਾ ਪਾ ਲੈਣਾ। ਹਾਂਜੀ, ਉਹਨਾਂ ਨੂੰ ਬਿਲਕੁਲ ਮਿਲਣਗੇ, ਪਰ ਉਹਨਾਂ ਨੂੰ ਮਿਲਣਗੇ ਉਦੋਂ ਹੀ ਜੇ ਉਹ 1-1 ਸਾਲ ਵਾਲੇ ਇੰਡੀਵਿਜੂਅਲੀ ਸ਼ਰਤਾਂ ਪੂਰੀਆਂ ਕਰਦੇ ਹੋਣਗੇ। ਜਾਣੀ ਕਿ ਫਿਰ ਗੱਲ ਤਾਂ ਫਿਰ ਤੁਸੀਂ ਸੈਂਟ ਲਾਰੈਂਸ ਵਾਲੇ ਤੇ ਐਗਜ਼ਾਮਪਲ ਤੇ ਲੈ ਆਏ ਹੋ ਫਿਰ ਜਾ ਕੇ। ਉਹ ਤਾਂ ਸੈਂਟ ਲਾਰੈਂਸ ਵਾਲਾ ਤਾਂ ਇਹਦੇ ਚ ਕਹਿ ਲਓ ਵੀ ਰਿਕੁਆਇਰਮੈਂਟ ਹੀ ਨਹੀਂ ਪੂਰੀ ਕਰਦਾ, ਉਹ ਤਾਂ ਅੰਦਰ ਆ ਹੀ ਨਹੀਂ ਸਕਦਾ। ਹੁਣ ਅੱਛਾ, ਆਪਾਂ ਇਸੇ ਨੂੰ ਦੁਬਾਰਾ ਐਗਜ਼ਾਮਪਲ ਲੈਂਦੇ ਹਾਂ ਵੀ ਕੋਈ ਬੰਦਾ ਆਇਆ ਡਿਗਰੀ ਕਰਕੇ, ਉਹਨੇ ਇੱਕ ਡਿਪਲੋਮਾ ਕਰ ਲਿਆ ਸੈਂਟ ਲਾਰੈਂਸ ਤੋਂ ਪ੍ਰੋਜੈਕਟ ਮੈਨੇਜਮੈਂਟ ਦਾ, ਯਾ ਇੱਕ ਸਰਟੀਫਿਕੇਟ, ਗ੍ਰੈਜੂਏਟ ਸਰਟੀਫਿਕੇਟ ਲਾ ਲਓ, ਇੱਕ ਉਹਨੇ ਗ੍ਰੈਜੂਏਟ ਸਰਟੀਫਿਕੇਟ ਕਰ ਲਿਆ ਕਿਤੋਂ ਹੋਰ ਜਿਹਦੀ ਰਿਕੁਆਇਰਮੈਂਟ ਸਿਰਫ ਡਿਗਰੀ ਸੀ, ਜਿਹੜਾ ਇਹਦੇ ਚ ਐਲੀਜੀਬਲ ਸੀ। ਓਕੇ ਜੀ। ਹੁਣ ਉੱਥੇ ਉਹਨੂੰ ਐਲੀਜੀਬਿਲਟੀ ਮਿਲ ਗਈ, ਉਹ ਇਸ ਪ੍ਰੋਗਰਾਮ ਚ ਫਾਈਲ ਲਾਉਣ ਵਾਸਤੇ ਕਹਿ ਲਓ ਵੀ ਐਲੀਜੀਬਲ ਹੋ ਗਿਆ, ਪਰ ਉਹਨੂੰ ਇੱਥੇ ਜਿਹੜਾ ਇਹ ਬੋਨਸ ਆ ਉਹ 5 ਪੁਆਇੰਟ ਹੀ ਮਿਲਨੇ ਆ, ਕਿਉਂਕਿ ਉਹਦਾ ਦੂਜਾ ਪ੍ਰੋਗਰਾਮ ਐਲੀਜੀਬਲ ਹੀ ਹੈ ਨਹੀਂ। ਫਿਰ ਜੇ ਉਹਨੇ 2 ਕੀਤੇ ਆ 1-1 ਸਾਲ ਦੇ, ਤਾਂ ਫਿਰ ਦੂਜਾ ਪ੍ਰੋਗਰਾਮ ਉਹਦਾ ਫਿਰ ਇਹ ਤਾਂ ਫਿਰ ਧੱਕੇਸ਼ਾਹੀ ਵਾਲੀ ਗੱਲਬਾਤ ਹੋ ਗਈ ਨਾ। ਨਹੀਂ, ਇਹ ਤਾਂ ਦੇਖੋ ਜੀ, ਹੁਣ ਜਿਹਨੇ ਰੂਲ ਬਣਾਏ ਆ ਉਹਨਾਂ ਨੇ ਬਣਾਏ ਆ, ਚਾਹੇ ਉਹਨੇ 2 ਵੀ ਕੀਤੇ 1-1 ਸਾਲ ਦੇ, ਜੇ ਉਹਦੇ ਦੋਵੇਂ ਐਲੀਜੀਬਲ ਆ ਤਾਂ ਉਹਨੂੰ 10 ਪੁਆਇੰਟ ਮਿਲ ਜਾਣੇ ਆ, ਜੇ ਉਹਦਾ ਇੱਕ ਐਲੀਜੀਬਲ ਆ ਤਾਂ ਉਹਨੂੰ 5 ਮਿਲ ਜਾਣੇ ਆ, ਜੇ ਉਹਦੇ ਦੋਵੇਂ ਐਲੀਜੀਬਲ ਹੈ ਨਹੀਂ। ਅੱਛਾ, ਇਹ ਵੀ ਤਾਂ ਧੱਕੇਸ਼ਾਹੀ ਹੈ ਨਾ। ਫਿਰ ਪੁੱਠੇ ਪਾਸਿਓਂ ਦੇਖੋ ਵੀ ਇੱਕ ਬੰਦਾ ਡਿਗਰੀ ਕਰਕੇ ਆਇਆ, ਉਹ ਇੱਕ ਵੱਡੇ ਲੈਵਲ ਦੀ ਚੀਜ਼ ਪੜ੍ਹ ਰਿਹਾ, ਉਹ ਪ੍ਰੋਜੈਕਟ ਮੈਨੇਜਮੈਂਟ ਚ ਪੋਸਟ ਗ੍ਰੈਜੂਏਟ ਸਰਟੀਫਿਕੇਟ ਪੜ੍ਹ ਰਿਹਾ, ਪਰ ਕਿਉਂਕਿ ਉਹਦੀ ਜਿਹੜੀ ਰਿਕੁਆਇਰਮੈਂਟ ਉਹ ਪੜ੍ਹਨ ਦੀ ਉਹ ਡਿਗਰੀ ਹੈ ਨਹੀਂ, ਤਾਂ ਉਹਨੂੰ ਉਹਦੇ ਨੰਬਰ ਹੀ ਨਹੀਂ ਮਿਲੇ, ਉਹ ਐਲੀਜੀਬਲ ਹੀ ਨਹੀਂ ਹੋਇਆ ਬੰਦਾ। ਤੇ ਇੱਥੇ ਮੈਂ ਤੁਹਾਨੂੰ ਦੱਸ ਦਿੰਨਾ ਕਿ ਬਹੁਤ ਸਾਰੇ ਡਿਗਰੀ ਵਾਲੇ ਸਟੂਡੈਂਟ ਐਸੇ ਆ ਜਿਨ੍ਹਾਂ ਨੇ 1-1 ਸਾਲ ਦੇ 2 ਸਰਟੀਫਿਕੇਟ ਕੀਤੇ ਆ ਤੇ ਦੋਵੇਂ ਹੀ ਐਲੀਜੀਬਲ ਹੈ ਨਹੀਂ, ਤੇ ਉਹ ਇਸ ਪ੍ਰੋਗਰਾਮ 'ਚ ਫਾਈਲ ਹੀ ਨਹੀਂ ਲਾ ਸਕਦੇ। ਬਾਈ ਜੀ ਫਿਰ ਤੁਸੀਂ ਤਾਂ ਕਈਆਂ ਦੇ ਵਰਕੇ ਪੜ ਜਾਣੇ ਆ। ਹੁਣ ਐਕਚੁਅਲੀ ਇਹ ਹੁੰਦੀ ਆ, ਹੁਣ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਐਡ ਆਨ ਕਰਦੇ ਆ। ਇਹ ਹੁੰਦੀ ਆ ਕਿ ਆਥੋਰਾਈਜ਼ ਪਰਸਨ ਦੀ ਸਲਾਹ ਤੇ ਅਨਆਥੋਰਾਈਜ਼ ਪਰਸਨ ਦੀ ਸਲਾਹ, ਜਦੋਂ ਤੁਸੀਂ ਇੱਕ ਪ੍ਰੋਵਿੰਸ ਚੂਜ਼ ਕਰਨਾ, ਠੀਕ ਆ, ਆਪਦਾ ਕੈਨੇਡਾ ਦਾ ਸਟੱਡੀ ਵੀਜ਼ਾ ਪਲਾਨ ਕਰਨਾ, ਉਦੋਂ ਇਹ ਚੀਜ਼ਾਂ ਮੈਟਰ ਕਰਦੀਆਂ। ਆਈ ਥਿੰਕ ਸੋ ਬਾਈ ਜੀ, ਰਾਈਟ? ਨਹੀਂ, ਬਿਲਕੁਲ ਜੀ। ਇਹ ਦੇਖੋ ਉਹੀ ਆ ਵੀ ਇਹ ਜਿੰਨਾ ਟਾਈਮ ਤੁਹਾਨੂੰ ਪਹਿਲਾਂ ਪਤਾ ਹੋਊਗਾ ਉਨਾ ਤੁਸੀਂ ਫੈਸਲਾ ਜਿਹੜਾ ਵਧੀਆ ਲੈ ਸਕਦੇ ਹੋ। ਤੇ ਪਲੈਨਿੰਗ ਆ ਜਿਹੜੀ, ਮੈਂ ਤਾਂ ਇਹ ਕਹਿਣਾ ਹੁੰਦਾ ਵੀ ਪਲੈਨਿੰਗ ਤੁਹਾਡੀ ਜਿਹੜੀ ਸਟਾਰਟ ਹੋ ਜਾਂਦੀ ਆ, ਉਹ ਤੁਹਾਡੇ ਸਟੱਡੀ ਵੀਜ਼ੇ ਤੋਂ ਸਟਾਰਟ ਹੋ ਜਾਂਦੀ ਹੈ, ਕਿ ਉਹਦੇ ਚ ਅੱਗੇ ਕੀ ਆਪਸ਼ਨਾਂ ਬਣਦੀਆਂ ਨੇ, ਉਹਦੇ ਚ ਅੱਗੇ ਕੀ ਮਿਲਦਾ ਕੀ ਨਹੀਂ ਮਿਲਦਾ, ਕਿੱਥੇ ਪੜ੍ਹਨਾ ਚਾਹੀਦਾ ਕਿੱਥੇ ਨਹੀਂ ਪੜ੍ਹਨਾ ਚਾਹੀਦਾ। ਸੋ ਸਲਾਹ ਲਈ ਤਾਂ ਦੇਖੋ ਚੰਗੀ ਰਹਿੰਦੀ ਹੋਈ ਆ, ਉਹ ਭਾਵੇਂ ਤੁਸੀਂ ਕਿਹੜੇ ਮਰਜ਼ੀ ਲੈਵਲ ਤੇ ਆ ਕੇ ਦੇਖ ਲਓ ਵੀ ਹਾਂ ਵੀ ਜਿੰਨਾ ਆਪਾਂ ਲੇਟ ਕਰੀ ਜਾਂਦੇ ਆ ਉਨੇ ਆਪਣੇ ਕੋਲੇ ਆਪਸ਼ਨ ਘਟਦੇ ਜਾਂਦੇ ਆ, ਜਿੰਨਾ ਆਪਾਂ ਪਹਿਲਾਂ ਸਲਾਹ ਲੈਂਦੇ ਆ ਆਪਾਂ ਉਸ ਹਿਸਾਬ ਨਾਲ ਆਪਣਾ ਜਿਹੜਾ ਪਾਥ ਹੈ ਉਹ ਡਿਜ਼ਾਈਨ ਕਰ ਸਕਦੇ ਆ। ਬਾਈ ਜੀ ਹੁਣ ਆਪਾਂ ਅਗਲੇ ਸਵਾਲ ਤੇ ਆ ਜਾਂਦੇ ਆ, ਠੀਕ ਹੈ। ਇਫ ਯੂ ਰੈਡੀ ਵਾਲਾ ਤਾਂ ਆਪਾਂ ਛੱਡ ਦਿੰਦੇ ਆ ਉਹਦੇ ਵਿੱਚ। ਅਗਲਾ ਸਵਾਲ ਬਾਈ ਜੀ, ਐਲੀਜੀਬਲ ਕੈਨੇਡੀਅਨ ਕਾਲਜ ਐਂਡ ਯੂਨੀਵਰਸਿਟੀ ਤੇ ਆਓ ਥੋੜਾ ਜਿਹਾ। ਹਾਂਜੀ, ਇਹਦੇ ਚ ਆਪਣੇ 2 ਹੀ ਚੀਜ਼ਾਂ ਰਹਿ ਗਈਆਂ, ਮੈਨੂੰ ਲੱਗਦਾ ਆਪਾਂ ਪੁਆਇੰਟ ਪੂਰੇ ਕਰ ਲੈਂਦੇ ਆ, 2 ਚੀਜ਼ਾਂ। ਹਾਂਜੀ ਕਰੋ ਜੀ, ਕਰੋ। ਸੋ ਅੱਗੇ ਲੈਂਗੁਏਜ ਵਾਲਾ ਆ ਗਿਆ ਜੀ। ਲੈਂਗੁਏਜ ਵਾਲਾ ਇਹ ਆ ਵੀ CLB 7 ਤੋਂ ਪੁਆਇੰਟ ਸ਼ੁਰੂ ਹੁੰਦੇ ਨੇ, ਜੇ ਤੁਹਾਡੇ CLB 7 ਤੋਂ ਘੱਟ ਨੇ ਤਾਂ ਤੁਹਾਨੂੰ ਪੁਆਇੰਟ ਨਹੀਂ ਮਿਲਣਾ, ਐਲੀਜੀਬਲ ਤੁਸੀਂ ਫੇਰ ਵੀ ਹੋ, ਬਸ ਪੁਆਇੰਟ ਨਹੀਂ ਮਿਲਣੇ। ਇਹ CLB 7 ਦੇ ਵਿੱਚ ਕਿੰਨੇ ਬੈਂਡ ਹੁੰਦੇ ਬਾਈ ਜੀ ਆਈਲਟਸ ਦੇ ਵਿੱਚ? CLB 7 ਹੁੰਦਾ ਜੀ 6 ਈਚ। ਓਕੇ ਬਾਈ ਜੀ, ਇੱਕ ਇੱਥੇ ਮੈਂ ਸਵਾਲ ਕਰਨਾ ਚਾਹੂੰਗਾ, ਆਈਲਟਸ ਜਾਂ ਜਾਨੀ ਕਿ ਸੈਲਫ ਚੱਲ ਸਕਦਾ ਇਹਦੇ ਵਿੱਚ? ਹਾਂਜੀ, ਇਹਦੇ ਚ ਮਤਲਬ ਕੋਈ ਵੀ ਚੱਲਦਾ, ਆਈਲਟਸ ਵੀ ਚੱਲਦਾ, ਸੈਲਫ ਵੀ ਚੱਲਦਾ, ਤੇ ਆਪਣੇ ਜਿਹੜੇ ਦੂਜੇ ਹੁੰਦੇ ਆ ਕਹਿ ਲਓ ਜੇ ਫ੍ਰੈਂਚ ਵਾਲੇ ਆ ਤਾਂ TEF TCS ਉਹ ਵੀ ਚੱਲਦੇ ਆ। ਸੋ ਓਕੇ ਜੀ। ਆਪਾਂ ਸਿਰਫ CLB ਲੈਵਲ ਦੇਖਣਾ, ਤੁਸੀਂ ਉਹਨੂੰ ਇਕੁਅਲੈਂਸੀ ਜਾ ਕੇ ਚਾਰਟ ਦੇਖ ਸਕਦੇ ਹੋ। ਸੋ ਆਪਾਂ ਇੱਥੇ ਆਇਲਟਸ ਮੰਨ ਕੇ ਚੱਲਦੇ ਹਾਂ ਤਾਂ CLB 7 ਜਿਹੜਾ ਮਤਲਬ ਹੁੰਦਾ ਵੀ 6 ਈਚ ਜਿਹਦੇ ਹੈਗੇ ਉਹਨੂੰ 4 ਪੁਆਇੰਟ ਮਿਲ ਜਾਣੇ ਆ। ਉਹ ਤੋਂ ਅੱਗੇ ਜਿਵੇਂ ਤੁਸੀਂ ਵੱਧ ਪੁਆਇੰਟ ਲੈਂਦੇ ਜਾਓਗੇ ਆਇਲਟਸ 'ਚ, ਤੁਸੀਂ 6 ਵੀ ਲੈ ਸਕਦੇ ਹੋ, 10 ਵੀ ਲੈ ਸਕਦੇ ਹੋ, ਠੀਕ ਹੈ ਜੀ। ਹੁਣ ਅੱਗੇ ਆ ਗਿਆ, ਇਹ ਇਹਨਾਂ ਨੇ ਆਹ 5 ਤੇ 10 ਪੁਆਇੰਟ ਉਹੀ ਬੋਨਸ ਰੱਖਤੇ, ਮਤਲਬ ਜਿਹਨੇ ਸਿਰਫ ਆਇਲਟਸ ਦਿੱਤਾ ਵੀ ਆ ਉਹਨੂੰ 5 ਪੁਆਇੰਟ ਦੇ ਦੇਣੇ ਆ। ਅੱਛਾ ਜੀ, ਇੱਕ ਮਿੰਟ ਮੇਰੀ ਗੱਲ ਸੁਣੋ ਜੀ, ਉਹਨੂੰ 5 ਪੁਆਇੰਟ ਦੇ ਦੇਣੇ ਆ। ਹੁਣ ਜੇ ਮੇਰੇ ਵਰਗਾ ਮਾਤੜ ਫ੍ਰੈਂਚ ਦੇ ਵਿੱਚੋਂ ਪੇਪਰ ਲਈ ਬੈਠਾ ਤੇ ਉਹ ਫਿਰ ਇਹਦਾ ਮਤਲਬ ਵੀ ਉਹਨੂੰ ਵੀ ਉਹ ਤੇ ਫਿਰ 10 ਲੈ ਗਿਆ। ਹਾਂਜੀ, ਜੇ ਉਹਦੇ ਬੇਸਿਕ ਜੇ ਪੁਆਇੰਟ ਬਣਦੇ ਆ, ਬਸ ਐਂ ਵੀ ਜਮਾਂ ਹੀ ਜ਼ੀਰੋ ਲੈਵਲ ਨਾ ਹੋਵੇ। ਜੇ ਹਾਂ ਉਹ CLB ਲੈਵਲ ਮਤਲਬ 4 ਦੇ ਨੇੜੇ ਤੇੜੇ ਪਹੁੰਚ ਗਿਆ, 3-4 ਦੇ, ਤਾਂ ਉਹਨਾਂ ਨੂੰ 10 ਪੁਆਇੰਟ ਉਹਨਾਂ ਨੇ 5 ਐਕਸਟਰਾ ਦੇ ਦੇਣੇ ਆ। ਬਾਈ ਜੀ ਇਹ ਤੁਸੀਂ ਪਹਿਲੀ ਵਾਰ ਇਹ ਚੀਜ਼ ਦੱਸੀ ਆ, ਇਹ ਜਾਣੀ ਕਿ ਹੋ ਸਕਦਾ ਵੀ ਇਹ ਕਈਆਂ ਨੂੰ ਕੰਮ ਕਰ ਜੇ ਕਿਉਂ ਤਰ੍ਹਾਂ? ਨਹੀਂ ਬਿਲਕੁਲ, ਦੇਖੋ ਇਹ ਆ ਵੀ ਜ਼ੋਰ ਲਾਉਣ ਤੇ ਤਾਂ ਕੁਛ ਨਹੀਂ ਜਾਂਦਾ, ਵੱਧ ਤੋਂ ਵੱਧ ਨਹੀਂ ਪੁਆਇੰਟ ਆਉਣਗੇ, ਉਹ ਤਾਂ ਵੈਸੇ ਵੀ ਕਿਹੜਾ ਆਪਾਂ ਵਰਤਣਾ ਸੀ।
ਹੈ ਬਾਈ ਨੀ? ਜੀ ਇਹ GTA ਏਰੀਏ ਵਾਲੀ ਲੋਕੇਸ਼ਨ ਦਾ ਤੇ ਆਊਟਸਾਈਡ ਹਾਂ, GTA ਵਾਲਾ ਇਹ ਉਹ ਮਾੜਾ ਜਿਹਾ ਦੱਸ। ਜਿਹੜੇ ਲਾਸਟ 2 ਪੁਆਇੰਟ ਰਹਿ ਗਏ ਜੀ, ਇਹਨਾਂ ਦੇ ਵਿੱਚ ਸਿਰਫ ਇੰਨਾ ਹੀ ਆ। ਪਹਿਲਾ ਹੈਗਾ ਤੁਹਾਨੂੰ ਜੌਬ ਆਫਰ ਕਿੱਥੇ ਹੋਈ ਆ, GTA ਦੇ ਬਾਹਰ ਹੋਈ ਆ ਤਾਂ 10 ਪੁਆਇੰਟ ਆ, GTA ਦੇ ਅੰਦਰ ਹੋਈ ਆ ਤਾਂ 6 ਪੁਆਇੰਟ ਆ, ਪੜ੍ਹੇ ਜੇ ਤੁਸੀਂ GTA ਤੋਂ ਬਾਹਰ ਹੋ ਤਾਂ 10 ਪੁਆਇੰਟ ਆ, ਅੰਦਰ ਪੜ੍ਹੇ ਹੋ ਤਾਂ 6 ਪੁਆਇੰਟ ਆ। ਸੋ GTA ਦੀ ਆਪਾਂ ਗੱਲ ਕਰੀਏ, ਮੈਨੂੰ ਲੱਗਦਾ ਸਿਮਰ ਤੁਹਾਡੇ ਕੋਲੇ GTA ਦਾ ਸ਼ਾਇਦ ਕੋਈ ਮੈਪ ਮੈਪ। ਐਕਚੁਅਲੀ ਮੈਂ ਕੁਛ ਦਿਨ ਪਹਿਲਾਂ ਕੀਤਾ ਸੀਗਾ, ਬਟ ਮੈਨੂੰ ਐਂ ਲੱਗਦਾ ਮੈਨੂੰ ਦੇਖਣਾ ਪੈਣਾ ਇੱਧਰਲੀ ਸਾਈਡ ਤੋਂ, ਹੂੰ। ਕਿਉਂਕਿ ਕਈ ਵਾਰ ਅਵੇਲੇਬਲ ਨਹੀਂ ਹੁੰਦਾ। ਸੋ ਮੈਂ ਕਰਕੇ ਦੇਖਦਾ ਟਰਾਈ, ਬਟ ਮੇਰੇ ਕੋਲੇ ਰਾਈਟ ਨਾਓ ਨਹੀਂ, ਅਵੇਲੇਬਲ ਹੈ ਨਹੀਂਗਾ। ਸੋ ਮੈਂ ਇਸ ਤਰ੍ਹਾਂ ਤਾਂ ਫਿਰ ਮੈਂ ਗੂਗਲ ਤੋਂ ਲੱਭ ਲੈਨੇ ਆਪਾਂ। GTA ਏਰੀਆ ਇੱਥੇ ਆ ਹੀ ਜਾਣਾ ਆ, ਕਿਉਂਕਿ ਮੈਨੂੰ ਤਾਂ ਵੈਸੇ ਕਲੀਅਰ ਆ, ਬਟ ਆਪਾਂ ਮੈਪ ਦੇ ਵਿੱਚ ਜਾਵਾਂਗੇ ਤਾਂ ਆਪਾਂ ਨੂੰ ਵੱਧ ਕਲੀਅਰ ਹੋ ਜਾਊਗਾ। ਲਓ ਜੀ, ਸੋ ਇਹ ਹੈਗਾ ਜੀ ਸਾਰਾ GTA ਏਰੀਆ। ਸੋ ਆਪਾਂ ਹੁਣ ਇਹਨੂੰ ਜੇ ਦੇਖੀਏ ਤਾਂ ਬੇਸਿਕਲੀ ਆਹ ਟੋਰਾਂਟੋ ਹੈ, ਆਹ ਬਰੈਂਪਟਨ ਆ। ਸੋ ਇਹਦੇ ਆਲੇ ਦੁਆਲੇ ਵਾਲਾ ਇੱਥੇ ਤੱਕ GTA ਜਾਂਦਾ। ਹੁਣ ਜਦ ਆਪਾਂ ਸਿਟੀ ਆਫ ਟੋਰਾਂਟੋ ਦੀ ਗੱਲ ਕਰਦੇ ਹਾਂ, ਕਈ ਲੋਕਾਂ ਦਾ ਸਵਾਲ ਹੁੰਦਾ ਵੀ ਜੇ ਆਪਾਂ ਇੱਧਰ ਵਾਲਾ ਮਤਲਬ ਈਸਟ ਜਾਂ ਨਾਰਥ ਦੀ ਗੱਲ ਕਰੀਏ ਤਾਂ ਇੱਥੋਂ ਈਟੋਬੀਕੋ ਸ਼ੁਰੂ ਹੋ ਜਾਂਦਾ ਜੀ। ਆਹ ਈਟੋਬੀਕੋ ਵਾਲੀ ਬਾਉਂਡਰੀ ਆ ਕਹ ਲਓ। ਸੋ ਇੱਥੇ ਆ ਜਾਂਦਾ ਹੰਬਰ ਕਾਲਜ। ਸੋ ਹੂੰ, ਹੂੰ। ਹੰਬਰ ਤੋਂ ਲੈ ਕੇ ਆ ਜਿੱਥੇ ਆਪਾਂ ਇੱਥੇ ਪਿਕਰਿੰਗ ਦੀ ਬਾਉਂਡਰੀ, ਇਹ ਹੋ ਗਿਆ ਸਕਾਰਬਰੋ। ਸੋ ਓਕੇ ਜੀ, ਹੰਬਰ ਤੋਂ ਲੈ ਕੇ ਸੈਂਟੇਨੀਅਲ ਤੱਕ ਸਭ GTA ਹੈ, ਓ ਟੋਰਾਂਟੋ ਦੇ ਵਿੱਚ ਆ ਗਿਆ। ਠੀਕ ਹੈ ਜੀ। ਓਕੇ ਜੀ, ਸੋ ਇਹਦੇ ਨਾਲ ਹੀ ਉੱਪਰ ਯਾਰਕ ਰੀਜਨ ਆ ਗਈ, ਇਹਦੇ ਚ ਵੌਨ ਆ ਗਿਆ, ਮਰਖਮ ਆ ਗਿਆ। ਹੁਣ ਕਿੰਗ ਦੇ ਵਿੱਚ ਜੇ ਮੈਂ ਕਹਾਂ ਤਾਂ ਕਿੰਗ ਚ ਇੱਕ ਕੈਂਪਸ ਹੈਗਾ ਆਪਣਾ, ਇਹਨਾਂ ਦਾ ਕੈਨਾਡੋਰ ਵਾਲਿਆਂ ਦਾ ਇੱਕ ਕਿੰਗ ਚ ਕੈਂਪਸ ਹੈਗਾ। ਠੀਕ ਹੈ ਜੀ। ਬਰੈਂਪਟਨ ਤਾਂ ਹੁਣ ਆਪਾਂ ਨੂੰ ਪਤਾ ਹੀ ਆ, ਇਹ ਵੀ GTA ਦੇ ਵਿੱਚ ਆ ਗਿਆ। ਬਰੈਂਪਟਨ ਦੇ ਵਿੱਚ ਤਾਂ ਆਪਣਾ ਮੋਸਟ ਕਾਲਜ ਆਪਣੇ ਜਿਹੜੇ ਆਪਾਂ ਜਾਂਦੇ ਹਾਂ, ਬਰੈਂਪਟਨ ਮਿਸੀਸਾਗਾ ਚ ਆ ਗਏ, ਸ਼ੈਰੀਡਨ ਹੋ ਗਿਆ, ਜਾਂ ਛੋਟੇ ਕੈਂਪਸ ਹੋ ਗਏ, ਕੈਨਾਡੋਰ ਦਾ ਹੋ ਗਿਆ, ਕੈਂਬਰੀਅਨ ਦਾ ਹੈਂਸਨ ਹੋ ਗਿਆ, ਤੇ ਅਲਫਾ ਟੋਰਾਂਟੋ ਚ ਆ ਗਿਆ, ਤਾਂ ਮਿਸੀਸਾਗਾ ਦੇ ਵਿੱਚ ਨਿਆਗਰਾ ਵਾਲਾ ਹੋ ਗਿਆ, ਨਦਰਨ ਦਾ ਹੋ ਗਿਆ। ਸੋ ਇਹ ਸਾਰੇ ਇੱਥੇ ਜੇ ਆ ਗਏ ਹਨਾ। ਤੇ ਓਕਵਿਲ ਦੇ ਵਿੱਚ ਸ਼ੈਰੀਡਨ ਦਾ ਇੱਕ ਹੋਰ ਕੈਂਪਸ ਹੈਗਾ, ਹਾਲਟਨ ਹਿਲਸ ਚ ਔਰੇਂਜਵਿਲ ਜਾਰਜੀਅਨ ਵਾਲਾ ਕੈਂਪਸ ਆ ਗਿਆ। ਸੋ ਇਹ ਸਾਰੇ ਕਹਿ ਲਓ ਵੀ ਡਰਹਮ ਰੀਜਨ ਤੱਕ ਇਧਰੋਂ ਇਹ ਸਾਰਾ GTA ਹੈ ਜੀ। ਇਹ ਤੋਂ ਬਾਹਰ ਜੋ ਵੀ ਚੀਜ਼ ਹੈ ਉਹ ਸਾਰੀ ਆਊਟਸਾਈਡ GTA ਆ। ਹੁਣ ਇਹ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਆਊਟਸਾਈਡ GTA ਦੀ, ਤਾਂ ਆਊਟਸਾਈਡ GTA ਦੇ ਵਿੱਚ ਜਿਵੇਂ ਮੈਂ ਨਿਆਗਰਾ ਰੀਜਨ ਚ ਆ, ਸੋ ਨਿਆਗਰਾ ਕਾਲਜ ਆ ਜੀ ਜਿਹੜਾ, ਉਹ ਆਊਟਸਾਈਡ GTA ਹੋ ਗਿਆ। ਆਪਣਾ ਜਿਹੜਾ ਮੋਹਾਕ ਕਾਲਜ ਹੈ ਹੈਮਿਲਟਨ ਵਾਲਾ, ਆਊਟਸਾਈਡ ਹੋ ਗਿਆ। ਵਿੰਡਸਰ ਵਾਲੇ ਲਾ ਲਓ, ਲੰਡਨ ਵਾਲੇ ਲਾ ਲਓ, ਚੈਥਮ ਕੈਂਟ ਵਾਲੇ ਲਾ ਲਓ, ਉੱਪਰ ਤੁਹਾਡੇ ਵਾਲੇ ਏਰੀਏ ਸਾਰੇ ਸਡਬਰੀ, ਨਾਰਥ ਬੇ, ਬੈਰੀ, ਸਭ ਕੁਝ ਆਊਟਸਾਈਡ GTA ਹੈ। ਤੇ ਠੀਕ ਹੈ ਜੀ। ਬਾਈ ਜੀ, ਹਾਂਜੀ, ਇੱਥੇ ਇੱਕ ਚੀਜ਼ ਹੋਰ ਆ ਵੀ ਸਕਾਰਬਰੋ ਵਾਲੇ ਬੜੇ ਸਵਾਲ ਪੁੱਛਦੇ ਆ ਵੀ ਸਕਾਰਬਰੋ GTA ਚ ਆਉਂਦਾ ਕਿ ਨਹੀਂ ਆਉਂਦਾ। ਹਾਂਜੀ, ਸਕਾਰਬਰੋ ਜੇ ਆਪਾਂ ਉਹਦੀ ਮਤਲਬ ਸਿਵਲ ਮਿਊਨਿਸਪੈਲਿਟੀ ਦੀ ਗੱਲ ਕਰੀਏ, ਸਕਾਰਬਰੋ ਟੋਰਾਂਟੋ ਸਿਟੀ ਦਾ ਹੀ ਪਾਰਟ ਆ। ਓਕੇ ਜੀ, ਓਕੇ 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 ਓਕੇ, ਠੀਕ ਹੈ ਬਾਈ ਜੀ। ਹੁਣ ਆਪਾਂ ਅਗਲੇ ਤੇ ਚੱਲਦੇ ਹਾਂ। ਕੈਨੇਡੀਅਨ ਆ ਥੋੜੇ ਜਿਹੇ ਰਹਿ ਗਏ ਆ ਇਨਸਾਈਡ ਇਹ GTA ਏਰੀਆ ਵਾਲਾ, ਮਾੜਾ ਜਿਹਾ ਸਮਝਾ ਦਿਓ ਇਹਨਾਂ ਨੂੰ। ਸੋ ਇਹਦਾ ਇਹੀ ਸੀ ਜੀ, ਜੇ ਤੁਸੀਂ ਆਊਟਸਾਈਡ GTA ਤੁਹਾਨੂੰ ਜੌਬ ਮਿਲਦੀ ਹੈ ਤਾਂ 10 ਪੁਆਇੰਟ ਮਿਲਣਗੇ, ਇਨਸਾਈਡ ਮਿਲਦੀ ਹੈ ਤਾਂ 6 ਪੁਆਇੰਟ ਮਿਲਣਗੇ ਜੌਬ ਆਫਰ ਤੇ। ਫਿਰ ਤੁਹਾਡੀ ਪੜ੍ਹਾਈ ਦੀ ਗੱਲ ਆ ਗਈ, ਜੇ ਤੁਸੀਂ ਪੜ੍ਹੇ ਹੋ, ਉਹ ਬਾਹਰ ਪੜ੍ਹੇ ਹੋ ਤਾਂ 10 ਪੁਆਇੰਟ ਮਿਲਦੇ ਆ, ਅੰਦਰ ਪੜ੍ਹੇ ਹੋ ਤਾਂ 6 ਪੁਆਇੰਟ ਮਿਲਣਗੇ। ਠੀਕ ਹੈ ਜੀ, ਠੀਕ ਹੈ। ਹੁਣ ਆਪਾਂ ਕੈਨੇਡੀਅਨ ਕਾਲਜ ਤੇ ਯੂਨੀਵਰਸਿਟੀ ਜੋ ਇਸ ਦੇ ਵਾਸਤੇ ਐਲੀਜੀਬਲ ਹੈਗੇ ਆ OINP ਦੇ ਲਈ, ਠੀਕ ਹੈ, ਤੇ ਉਹਨਾਂ ਤੇ ਉੱਤੇ ਮਾੜਾ ਜਿਹਾ ਚਾਨਣਾ ਪਾ ਦਿਓ। ਠੀਕ ਹੈ ਜੀ। ਸੋ ਕਾਲਜ ਤਾਂ ਬਈ ਜੀ ਦੇਖੋ, ਜਿਵੇਂ ਮੈਂ ਪਹਿਲਾਂ ਕਿਹਾ ਵੀ ਜਿੰਨੇ ਵੀ ਪਬਲਿਕ ਕਾਲਜ ਆ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੰਦੇ ਆ, ਸਾਰੇ ਹੀ ਐਲੀਜੀਬਲ ਆ। ਸੋ ਇਹ ਇਹਨਾਂ ਨੇ ਅਲਫਾਬੈਟਿਕਲੀ ਦਿੱਤੇ ਹੋਏ ਆ ਵੀ ਅਲਗਨਕਨ ਤੋਂ ਲੈ ਕੇ ਕੈਂਬਰੀਅਨ, ਕੈਰਨਡੋਰ, ਸੈਂਟੇਨੀਅਲ, ਬੋਰੀਅਲ, ਕਨਸਟੋਗਾ, ਕਨਫੈਡਰੇਸ਼ਨ, ਡਰਹਮ, ਫੈਨਸ਼ਾ, ਫਲੈਮਿੰਗ, ਜਾਰਜ ਬਰਾਊਨ, ਜਾਰਜੀਅਨ, ਮਤਲਬ ਵੀ ਆਮ ਜਿਹੜੇ ਵੀ ਕਾਲਜਾਂ 'ਚ ਆਪਣੇ ਬੱਚੇ ਆਉਂਦੇ ਆ ਸਾਰੇ ਹੀ ਐਲੀਜੀਬਲ ਆ, ਬਸ ਪ੍ਰਾਈਵੇਟ ਨਾ ਹੋਵੇ। ਠੀਕ ਹੈ ਜੀ। ਸੋ ਅੱਗੇ ਆ ਕੁਝ ਯੂਨੀਵਰਸਿਟੀਜ਼ ਨੇ, ਇਹ ਵੀ ਐਲੀਜੀਬਲ ਹੈਗੀਆਂ ਨੇ। ਸੋ ਇਹਦੇ 'ਚ ਮੈਂ ਇੱਕ ਹੋਰ ਗੱਲ ਇੱਥੇ ਐਡ ਕਰ ਦਿੰਦਾ ਕਿ ਇਹਦੇ 'ਚ ਬਾਹਰਲੇ ਕਾਲਜ ਵੀ ਐਲੀਜੀਬਲ ਹੈ, ਬਾਹਰਲੀਆਂ ਪ੍ਰੋਵਿੰਸਾਂ ਦੇ ਵੀ ਐਲੀਜੀਬਲ ਹੈ। ਤੁਹਾਨੂੰ ਨੁਕਸਾਨ ਸਿਰਫ ਇੰਨਾ ਹੋਣਾ ਕਿ ਤੁਹਾਨੂੰ ਐਕਸਟਰਾ ਜਿਹੜੇ ਆਹ GTA ਜਾਂ ਆਊਟਸਾਈਡ GTA ਵਾਲੇ 10 ਜਾਂ 6 ਪੁਆਇੰਟ ਡਿਪੈਂਡਿੰਗ ਔਨ, ਸੋ ਉਹ ਨਹੀਂ ਤੁਹਾਨੂੰ ਮਿਲਣੇ ਹੈਗੇ। ਪਰ ਤੁਸੀਂ ਫਾਈਲ ਲਾ ਸਕਦੇ ਹੋ, ਤੁਸੀਂ ਅਲਬਰਟਾ 'ਚ ਪੜ੍ਹੇ ਹੋ, ਇੱਥੇ ਤੁਹਾਡੇ ਕੋਲ ਜੌਬ ਆਫਰ ਹੈਗੀ ਆ, ਤੁਹਾਡੇ ਬਾਕੀ ਪਾਸਿਓਂ ਨੰਬਰ ਬਹੁਤ ਬਣਦੇ ਆ, ਇਹ 10 ਪੁਆਇੰਟ ਦਾ ਤੁਹਾਨੂੰ ਫਰਕ ਨਹੀਂ ਪੈਂਦਾ। ਅੰਟੈਰੀਓ 'ਚ ਪੜ੍ਹਨ ਵਾਲਾ ਤੁਸੀਂ ਇੱਥੋਂ ਆਰਾਮ ਨਾਲ
ਫਾਈਲ ਆਪਣੀ ਲਾ ਸਕਦੇ ਹੋ। ਸੋ ਇੱਥੇ ਇਹਨਾਂ ਨੇ ਇਹ ਅਲਬਰਟਾ ਦੀ ਲਿਸਟ ਦਿੱਤੀ ਹੈ, BC ਦੀ ਲਿਸਟ ਦਿੱਤੀ ਹੈ, ਮੈਨੀਟੋਬਾ ਦੀ ਲਿਸਟ ਦਿੱਤੀ ਹੈ, ਨਿਊ ਬਰੰਸਵਿਕ ਦੀ ਦਿੱਤੀ ਹੈ, ਨਿਊਫੰਡਲੈਂਡ ਦੀ ਦਿੱਤੀ ਹੈ, ਨਾਰਥ ਵੈਸਟ ਦੀ ਦਿੱਤੀ ਹੈ, ਨੋਵਾ ਸਕੋਸ਼ੀਆ ਦਾ ਸਿਰਫ ਇੱਕੋ ਹੀ ਕਾਲਜ ਆ ਫॉर ਸਮ ਰੀਜ਼ਨ, ਤੇ ਯੂਨੀਵਰਸਿਟੀਜ਼ ਬਹੁਤ ਨੇ ਨੋਵਾ ਸਕੋਸ਼ੀਆ ਦੀਆਂ, ਤੇ ਨੁਨਾਵਤ ਦੀ ਦਿੱਤੀ ਹੈ, PEI ਦੀ ਦਿੱਤੀ ਹੈ, ਤੇ ਕੁਬੈਕ ਦੀ ਦਿੱਤੀ ਹੈ। ਸਾਰੇ ਦੇਖੋ ਹੈਗੇ ਇਹਦੇ ਚ ਐਲੀਜੀਬਲ ਸਾਰੇ ਨੇ ਜੀ। ਠੀਕ ਹੈ, ਜਾਨੀ ਕਿ ਸਾਰੇ ਜਾਨੀ ਕਿ ਯੂਨੀਵਰਸਿਟੀਜ਼ ਕਾਲਜ ਤੁਹਾਡੇ ਸਾਹਮਣੇ ਆ ਜਿਨ੍ਹਾਂ ਨੇ ਆਪਦਾ OINP ਦੇ ਵਿੱਚ ਵਿਦਆਊਟ ਐਕਸਪੀਰੀਅੰਸ PR ਅਪਲਾਈ ਕਰਨੀ ਹੈ PNP ਦੇ ਵਿੱਚ, ਉਹ ਕਰ ਸਕਦੇ ਹੋ। ਕਾਲਜ ਦੀ ਲਿਸਟ ਆ ਤੁਹਾਡੇ ਸਾਹਮਣੇ ਆ। ਠੀਕ ਹੈ, ਤੇ ਹੁਣ ਬਾਈ ਜੀ ਆਪਾਂ ਇੱਕ ਪ੍ਰੋਫਾਈਲ ਕ੍ਰੀਏਟ ਕਰ ਲਈਏ ਬੜੀ ਜਲਦੀ ਜੇ ਆਪਾਂ ਪੁਆਇੰਟਸ ਬਣਾਉਣੇ ਆ। +2 ਵਾਲਾ ਬੱਚਾ ਜੀ, ਠੀਕ ਹੈ, ਉਹ ontario ਦੇ ਵਿੱਚ ਰਹਿ ਰਿਹਾ ਜੀ, ਠੀਕ ਹੈ। ਐਜ਼ ਏ ਐਗਜ਼ਾਮਪਲ ਉਹ ਪੜਿਆ ਹੈਗਾ GTA ਏਰੀਏ ਦੇ ਵਿੱਚੋਂ ਲਾਈਏ ਜਾਂ ਬਾਹਰੋਂ, ਚਲੋ GTA ਏਰੀਏ ਤੋਂ ਬਾਹਰੋਂ ਲਾ ਲੈਂਦੇ ਆ, ਬਾਹਰੋਂ ਲਾ ਲੈਂਦੇ ਆ ਵੀ ਇੱਕ ਬੱਚਾ ਪੜਿਆ ਹੈਗਾ ਸਡਬਰੀ ਤੋਂ ਜੀ, ਕੈਂਬਰੀਅਨ ਕਾਲਜ ਤੋਂ, ਠੀਕ ਹੈ ਜੀ, ਠੀਕ ਹੈ, ਤੇ ਉਹ ਇੰਡੀਆ ਦੇ ਵਿੱਚੋਂ ਕਰਕੇ ਆ +2 ਜੀ, ਠੀਕ ਹੈ। ਹੁਣ ਉਹਨੇ PNP ਦੇ ਵਿੱਚ ਆਪਦੇ ਸਕੋਰ ਕਾਊਂਟ ਕਰਨੇ ਆ, ਜਿਹੜੀ OINP ਹੈ ਜਿਹੜੀ ਜੀ। ਸੋ ਆਪਾਂ ਇੱਥੋਂ ਸ਼ੁਰੂ ਹੋ ਜਾਂਦੇ ਆ ਜੀ, ਸ਼ੁਰੂ ਤੋਂ। ਹੁਣ ਆਪਾਂ ਉਹੀ 6311 ਮੰਨ ਕੇ ਚੱਲਦੇ ਆ ਵੀ ਜਿਹੜਾ ਕਾਫੀ ਆਪਣਾ ਕਾਮਨ ਆ, ਆਮ ਹੀ ਟਿਮ ਤੋਂ ਆਪਾਂ ਨੂੰ ਜੌਬ ਆਫਰ ਮਿਲ ਜਾਂਦੀ ਹੈ ਫੂਡ ਸਰਵਿਸ ਸੁਪਰਵਾਈਜ਼ਰ ਦੀ, ਠੀਕ ਹੈ ਜੀ। ਜਾਂ ਉਹ ਪੀਜ਼ਾ ਸਟੋਰ ਹੋ ਸਕਦਾ ਜਾਂ ਕੋਈ ਵੀ ਹਨ, ਹਾਂਜੀ ਹਾਂ, ਮਤਲਬ ਫੂਡ ਕੋਰਟ ਦੀ ਗੱਲ ਕਰ ਦਿੰਦੇ ਫੂਡ ਕੋਰਟ ਵਾਲਾ। ਤੋਂ ਆਪਾਂ B ਲੈਵਲ ਦੀ ਜੌਬ ਮੰਨ ਕੇ ਚੱਲਦੇ ਆ ਕਿ 6311 ਉਹਦੇ ਕੋਲ ਹੈਗੀ ਆ, ਠੀਕ ਹੈ ਜੀ। ਠੀਕ ਹੈ ਜੀ। ਜੇ ਆਪਾਂ ਇੱਥੋਂ ਗੱਲ ਕਰੀਏ ਤਾਂ ਪਹਿਲਾਂ ਤਾਂ ਉਹਦੀ ਕਿਉਂਕਿ B ਦੀ ਜੌਬ ਆ ਤਾਂ 8 ਪੁਆਇੰਟ ਉਹਨੂੰ ਇੱਥੇ ਮਿਲ ਜਾਣੇ ਆ ਜੌਬ ਆਫਰ ਤੇ। ਜੌਬ ਆਫਰ ਲੈਟਰ ਨੌਕ B ਦੇ ਉਹਨੂੰ 8 ਪੁਆਇੰਟ ਮਿਲ ਗਏ ਜੀ। ਫਿਰ ਉਹਦੀ 63 ਹੈ ਕਿਉਂਕਿ 6 ਤੋਂ ਸ਼ੁਰੂ ਹੋ ਰਿਹਾ ਤਾਂ 5 ਪੁਆਇੰਟ ਉਹਨੂੰ ਅੱਗੇ ਮਿਲ ਜਾਣੇ ਆ ਜੀ, ਠੀਕ ਹੈ। ਠੀਕ ਹੈ ਜੀ। ਤੇ ਆਮ ਆਪਣੀ ਜਿਹੜੀ ਪੇ ਹੈ ਉਹ ਵੀ ਤੋਂ ਥੱਲੇ ਹੁੰਦੀ ਹੈ ਜੇ ਆਪਾਂ ਲਾਈਏ ਵੀ ਜੇ 1585 ਜਾਂ 1516 ਦੇ ਨੇੜੇ ਹੁੰਦੀ ਹੈ। ਸੋ ਇੱਥੇ ਆਪਾਂ ਜ਼ੀਰੋ ਲਾ ਲੈਂਦੇ, ਜ਼ੀਰੋ ਹੀ ਲਾ ਕੇ ਚੱਲਦੇ ਆ, ਆਪਾਂ ਉਹਨੂੰ ਨਹੀਂ ਦਿੰਦੇ। ਤੇ ਐਕਸਪੀਰੀਅੰਸ ਵੀ ਆਪਾਂ ਮੰਨਦੇ ਆ ਵੀ ਉਹਦੇ ਕੋਲੇ ਜਿਹੜਾ ਉਹਨੇ ਪਾਰਟ ਟਾਈਮ ਕੰਮ ਕੀਤਾ ਸਟੂਡੈਂਟ ਵੇਲੇ ਉਹ ਸਾਲ ਦਾ ਨਹੀਂ ਬਣਿਆ, ਤਾਂ ਇਹ ਵੀ ਨਹੀਂ ਆਪਾਂ ਉਹਨੂੰ ਪੁਆਇੰਟ ਦਿੰਦੇ, ਤੇ ਇਹ ਵੀ ਨਹੀਂ ਆਪਾਂ ਉਹਨੂੰ ਦਿੰਦੇ, ਠੀਕ ਹੈ ਜੀ। ਅਰਨਿੰਗ ਵੀ ਉਹਦੀ ਹੈ ਨਹੀਂ ਸੀ, ਇਹ ਵੀ ਨਹੀਂ ਆਪਾਂ ਉਹਨੂੰ ਦਿੰਦੇ। ਤੇ ਹੁਣ ਉਹਦੀ ਹਾਈਐਸਟ ਐਜੂਕੇਸ਼ਨ ਓਬਵੀਅਸਲੀ ਕਾਲਜ ਡਿਪਲੋਮਾ ਹੋਊਗੀ ਕਿਉਂਕਿ ਉਹ ਉਹਨੇ ਇੱਥੇ ਆ ਕੇ ਹੀ ਪੜ੍ਹਿਆ, ਤਾਂ 5 ਪੁਆਇੰਟ ਉਹਨੂੰ ਇੱਥੇ ਮਿਲ ਜਾਣੇ ਆ ਜੀ, ਠੀਕ ਹੈ ਜੀ। ਠੀਕ ਹੈ ਜੀ। ਹੁਣ ਉਹਦਾ ਫੀਲਡ ਆਫ ਸਟੱਡੀ ਤਾਂ ਆਪਾਂ ਕਹਿੰਦੇ ਆ ਵੀ ਚਲੋ ਉਹਨੇ ਇੱਥੇ ਆ ਕੇ ਬਿਜ਼ਨਸ ਦਾ ਡਿਪਲੋਮਾ ਕੀਤਾ, ਠੀਕ ਹੈ ਜੀ, ਤੋਂ 7 ਪੁਆਇੰਟ ਉਹਨੂੰ ਇੱਥੇ ਮਿਲ ਜਾਣੇ ਆ, ਠੀਕ ਹੈ ਜੀ, ਠੀਕ ਹੈ ਜੀ। ਤੇ ਅੱਗੇ ਆ ਗਿਆ ਵੀ ਉਹਨੇ ਇੱਕੋ ਹੀ ਡਿਪਲੋਮਾ ਕੀਤਾ 2 ਸਾਲਾਂ ਦਾ ਤਾਂ 5 ਪੁਆਇੰਟ ਉਹਨੂੰ ਇੱਥੇ ਮਿਲ ਜਾਣੇ ਆ, ਠੀਕ ਹੈ ਜੀ। ਤੇ ਆਪਾਂ 6 ਚ ਹੀ ਲਾ ਕੇ ਚੱਲਦੇ ਆ ਵੀ CLB7 ਉਹਦਾ ਬਣ ਗਿਆ ਤਾਂ 4 ਪੁਆਇੰਟ ਉਹਨੂੰ ਇੱਥੇ ਮਿਲ ਗਏ ਜੀ, ਠੀਕ ਹੈ ਜੀ, ਠੀਕ ਹੈ। ਤੇ ਇੱਕੋ ਹੀ ਲੈਂਗੁਏਜ ਆਉਂਦੀ ਸੀ ਤੇ 5 ਪੁਆਇੰਟ ਉਹਨੂੰ ਇੱਕ ਲੈਂਗੁਏਜ ਆਉਣ ਕਰਕੇ ਮਿਲ ਗਏ। ਤੇ ਉਹ ਤੋਂ ਬਾਅਦ ਜਿਹੜੀ ਉਹਦੀ ਜੌਬ ਆਫਰ ਹੈ ਤਾਂ ਜੌਬ ਆਫਰ ਲਾ ਲਓ ਵੀ ਉਹਨੂੰ ਬਰੈਂਪਟਨ ਚੋਂ ਮਿਲ ਗਈ, ਮੰਨ ਲਓ ਬਰੈਂਪਟਨ ਚੋਂ ਮਿਲ ਗਈ, ਸੋ 6 ਪੁਆਇੰਟ ਆ ਗਏ ਇੱਥੇ, ਠੀਕ ਹੈ ਜੀ। ਓਕੇ ਜੀ। ਤੇ ਫਿਰ ਉਹਦੀ ਲੋਕੇਸ਼ਨ ਆਫ ਸਟੱਡੀ ਆਪਾਂ ਕਹਿ ਲਿਆ ਵੀ ਕੈਂਬਰੀ, ਸਡਬਰੀ, ਹਾਂਜੀ, ਇੱਥੇ ਉਹਨੂੰ 10 ਪੁਆਇੰਟ ਮਿਲ ਗਏ। ਸੋ ਆਪਾਂ ਇਹਨੂੰ ਜੋੜੀਏ ਜੇ ਤਾਂ 8 5 13 13 ਤੇ 5 ਹੋ ਗਏ ਜੀ 18 ਤੇ 7 ਹੋ ਗਏ ਜੀ 25 25 ਤੇ 5 30 30 ਤੇ 4 ਹੋ ਗਏ 34 34 5 39 39 ਤੇ 6 ਹੋ ਗਏ ਆਪਣੇ 45 ਤੇ 10 55 ਪੁਆਇੰਟ ਇੱਕ +2 ਵਾਲੇ ਸਟੂਡੈਂਟ ਦੇ ਬਣ ਗਏ ਜੀ ਬਹੁਤ ਆਰਾਮ ਨਾਲ, ਠੀਕ ਹੈ ਜੀ। ਸੋ ਹੁਣ ਇਹੀ ਬੰਦੇ ਨੂੰ ਮੈਂ ਜੌਬ ਆਫਰ ਆ ਜਿਹੜੀ ਉਹ ਸਡਬਰੀ ਦਵਾ ਦਿੰਦਾ, ਠੀਕ ਹੈ ਜੀ। ਤਾਂ ਉਹਦੇ ਵੱਧ ਜਾਣੇ ਆ 4 ਪੁਆਇੰਟ ਤੇ ਉਹਦੇ ਹੋ ਜਾਣੇ ਆ 59। ਤੇ ਜਿਹੜਾ ਇਹਦਾ ਲਾਸਟ ਡਰਾਅ ਸੀ ਜੀ ਉਹ 59 ਤੇ ਗਿਆ ਸੀ। ਇਹ ਬੱਚਾ ਕਿਤੇ ਲਾਸਟ ਡਰਾਅ ਦੇ ਵਿੱਚ ਸੇਮ ਪ੍ਰੋਫਾਈਲ ਲੈ ਕੇ ਵਿੱਚ ਬੈਠਾ ਹੁੰਦਾ, ਹੁਣ ਉਹਦੀ PR ਦੇ ਵਿੱਚ ਫਾਈਲ ਪਈ ਹੁੰਦੀ। ਕਿਆ ਬਾਤਾਂ ਨੇ ਬਾਈ ਜੀ, ਕਿਆ ਬਾਤਾਂ ਨੇ। ਮੈਂ ਕਹਿੰਦਾ ਵੀ GTA ਏਰੀਏ ਤੋਂ ਮੈਂ ਕਹਿੰਦਾ ਹੁੰਦਾ ਕਿ ਵੱਡੀਆਂ ਸਿਟੀਆਂ ਦੇ ਵਿੱਚ ਸਾਡੇ ਵਾਲੇ ਬੰਦੇ ਫਸਦੇ ਆ, ਟੋਰਾਂਟੋ ਫਸ ਗਿਆ, ਕੋਈ ਕਿਤੇ ਫਸ ਗਿਆ। ਸੋ ਇਹਦੇ ਨਾਲ ਚੰਗਾ ਆਊਟਸਾਈਡ GTA ਏਰੀਏ ਤੋਂ ਸਟੱਡੀ ਕਰੋ। ਮੈਂ ਨਹੀਂ ਕਹਿੰਦਾ, ਅਸੀਂ ਦੋਨੇ ਨਹੀਂ ਕਹਿੰਦੇ ਕਿ ਠੀਕ ਆ ਵੀ ਤੁਸੀਂ ਟੋਰਾਂਟੋ ਬਰੈਂਪਟਨ ਨਾ ਪੜ੍ਹੋ, ਤੁਹਾਡੀ ਵਿਸ਼ ਆ। ਬਟ ਬਾਈ ਜੀ ਇੱਥੇ ਇੱਕ ਸਲਾਹ ਸਾਰੇ ਭਰਾਵਾਂ ਨੂੰ, ਭੈਣ ਭਰਾ ਜਿਹੜੇ ਇਸ ਵੀਡੀਓ ਨੂੰ ਦੇਖਣਗੇ, ਸੋ ਬੇਨਤੀ ਆ ਕਿ ਇੱਕ ਚੰਗੇ ਸਲਾਹਕਾਰ ਤੋਂ ਪਹਿਲਾਂ ਗੱਲ ਕਰ ਲਿਆ ਕਰੋ ਜਦੋਂ ਤੁਸੀਂ ਇੰਡੀਆ ਤੋਂ ਫਲਾਈ ਕਰਨਾ ਹੁੰਦਾ, ਆਪਦਾ ਪਲਾਨ ਕਰਨਾ ਹੁੰਦਾ, ਠੀਕ ਹੈ। ਹੁਣ ਸਾਡੇ ਬਾਈ ਜੀ ਬਜਟ ਉਨੇ ਕੁ ਹੁੰਦੇ ਆ, ਫਿਰ ਅਸੀਂ ਲੋਕਾਂ ਨੂੰ ਜੌਬ ਆਫਰ ਦੇ ਪੈਸੇ ਦੇਣੇ ਹੁੰਦੇ ਆ, ਫਿਰ ਉਹ ਸਾਰੀਆਂ ਚੀਜ਼ਾਂ, ਫਿਰ ਉਹ ਪ੍ਰੋਬਲਮ ਕ੍ਰੀਏਟ ਹੁੰਦੀ ਆ ਕਿਤੇ ਨਾ ਕਿਤੇ ਜਾ ਕੇ। ਉਹ PR ਵਾਲੇ ਪ੍ਰੋਸੈਸ ਦੇ ਵਿੱਚ ਨਾ ਬੰਦੇ ਦਾ ਹੋ ਜਾਂਦਾ ਦਿਮਾਗ ਖਰਾਬ। ਸੋ ਇਸ ਕਰਕੇ ਬਾਈ ਜੀ ਥੋੜਾ ਜਿਹਾ ਸਮਝਣਾ ਚਾਹੀਦਾ ਸਟੂਡੈਂਟਸ ਨੂੰ ਤੇ ਸਟੂਡੈਂਟਸ ਦੇ ਪੈਰੈਂਟਸ ਨੂੰ, ਤੇ ਨਾਲ ਦੀ ਨਾਲ ਜਿਹੜੇ ਇਸ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਵੀ ਇਸ ਚੀਜ਼ ਦੇ ਉੱਤੇ ਤਵੱਜੋ ਦੇਣੀ ਚਾਹੀਦੀ ਹੈ। ਤੇ ਸਿਮਰ ਮੈਂ ਇਹਦੇ ਚ ਐਡ ਕਰ ਦਿੰਦਾ ਕਿ ਜਿਵੇਂ ਜਿਵੇਂ ਹੁਣ ਚੀਜ਼ਾਂ ਚੇਂਜ ਹੋ ਰਹੀਆਂ ਨੇ, ਕਹਿ ਲਓ GTA ਦੇ ਡੈਮੋਗ੍ਰਾਫਿਕਸ ਚੇਂਜ ਹੋ ਰਹੇ ਨੇ, GTA 'ਚ ਭੀੜ ਇੰਨੀ ਹੋ ਗਈ,
ਘਰਾਂ ਨੂੰ ਅੱਗ ਲੱਗੀ ਪਈ ਆ, ਜੌਬਾਂ ਨਹੀਂ ਲੱਭ ਰਹੀਆਂ ਹੁਣ ਸੌਖੀਆਂ। ਚਲੋ ਕੈਸ਼ ਵਾਲਾ ਥੋੜ੍ਹਾ ਜਿਹਾ ਲਾਲਚ ਹੁੰਦਾ ਵੀ ਬਾਹਰ ਕੈਸ਼ ਤੇ ਲੋਕ ਦੇ ਕੇ ਰਾਜੀ ਨਹੀਂ ਹੁੰਦੇ ਜੌਬ, ਹੈ ਨਾ। ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਪਹਿਲਾਂ ਬਾਹਰ ਚੱਲ ਜਾਣਗੇ ਉਹ ਚੰਗੇ ਰਹਿਣਗੇ, ਕਿਉਂਕਿ ਜਿਹੜਾ ਇਮੀਗ੍ਰੇਸ਼ਨ ਦਾ ਫੋਕਸ ਵੀ ਆ ਉਹ ਵੀ ਰੀਜਨਲਾਈਜੇਸ਼ਨ ਹੋ ਰਿਹਾ। ਇਹ ਰੀਜਨਲ ਏਰੀਆਜ਼ ਨੂੰ ਅੱਗੇ ਹੋਰ ਜ਼ਿਆਦਾ ਕਹਿ ਲਓ ਵੀ ਉਹਨਾਂ ਨੂੰ ਉਤਸ਼ਾਹਿਤ ਕਰਨਗੇ, ਉਹਨਾਂ ਨੂੰ ਫੰਡਿੰਗ ਵੀ ਕਰ ਰਹੇ ਨੇ। ਆਪਾਂ RNIP ਵਰਗੇ ਪ੍ਰੋਗਰਾਮ ਅੱਗੇ ਵੀ ਦੇਖੇ ਨੇ, ਇਹਨਾਂ ਨੇ ਹੁਣ ਵੀ ਕਿਹਾ ਵੀ ਅਸੀਂ ਹੋਰ OINP ਨੇ ਵੀ ਅਸੀਂ ਰੀਜਨਲ ਏਰੀਆ ਨੂੰ ਥੋੜ੍ਹੀ ਜਿਹੀ ਤਵੱਜੋ ਵੱਧ ਦੇਵਾਂਗੇ। ਸੋ ਦੇਖੋ, ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਕਿਸੇ ਨੇ ਮੈਂ ਗੱਲ ਕੀਤੀ, ਉਹ ਕਹਿੰਦਾ ਜੀ ਬਰੈਂਪਟਨ ਸੀ ਵੀ ਮੇਰਾ ਬਣਦਾ ਨਹੀਂ। ਮੈਂ ਉਹਨੂੰ ਕਿਹਾ ਵੀ ਤੂੰ ਸਡਬਰੀ ਚੱਲ ਜਾ, ਉੱਥੇ ਜੌਬ ਹੈਗੀ ਆ, ਆਪਾਂ ਨੇ ਕੋਲੇ ਇੰਪਲਾਇਰ ਆ, ਵੀ ਉਹ ਤਾਂ ਕੋਈ ਪੈਸੇ ਵੀ ਨਹੀਂ ਮੰਗਦੇ, ਕੁਛ ਨਹੀਂ ਕਹਿੰਦੇ, ਵੀ ਕੰਮ ਕਰ ਲਾ। ਕਹਿੰਦਾ ਜੀ ਦੂਰ ਆ। ਮੈਂ ਕਿਹਾ ਵੀ ਤੂੰ ਕਿੱਥੋਂ ਆ? ਕਹਿੰਦਾ ਮੈਂ ਜਲੰਧਰ ਤੋਂ ਆ। ਮੈਂ ਕਿਹਾ ਵੀ ਜਿੰਨਾ ਜਲੰਧਰ ਤੋਂ ਬਰੈਂਪਟਨ ਦੂਰ ਆ, ਬਰੈਂਪਟਨ ਤੋਂ ਸਡਬਰੀ ਓਨਾ ਦੂਰ ਤਾਂ ਨਹੀਂ ਹੋਣਾ। ਸਹੀ ਹੈ ਜੀ। ਜੇ ਤੂੰ ਜਲੰਧਰ ਤੋਂ ਬਰੈਂਪਟਨ ਹੀ ਆ ਗਿਆ, ਫਿਰ ਬਰੈਂਪਟਨ ਤੋਂ ਸਡਬਰੀ ਜਾਣ 'ਚ ਕਿੱਡਾ ਕਰੌਲਾ ਵੀ ਉਹ ਤੋਂ ਦੂਰ ਤਾਂ ਹੈ ਨਹੀਂ ਨਾ। ਜਦੋਂ ਘਰ ਹੀ ਛੱਡਤਾ, ਫਿਰ ਜਿਹੜਾ ਕੰਮ ਕਰਨਾ ਆ ਉਹਨੂੰ ਪਹਿਲਾਂ ਫੋਕਸ ਬਣਾ ਕੇ ਚੱਲੋ, ਜਿੱਥੇ ਉਹ ਹੁੰਦਾ ਉਹਨੂੰ ਪਹਿਲਾਂ ਆਪਾਂ ਕੰਪਲੀਟ ਕਰੀਏ, ਫਿਰ ਜਿੱਥੇ ਜੀ ਕਰਦਾ ਰਹੀ ਜਾਵਾਂਗੇ। ਆਪਾਂ ਨੂੰ ਕਿਹੜਾ ਰੋਕਦਾ PR ਹੋਣ ਤੋਂ ਬਾਅਦ। ਬਾਈ ਜੀ ਹੁਣ ਆਪਾਂ ਅਗਲੀ ਗੱਲ ਵੀ ਇੱਥੇ ਕਰ ਲਈਏ ਕਿ ਗੈਟ PR ਵਿਦਆਊਟ ਐਕਸਪੀਰੀਅੰਸ ਇਨ ਕੈਨੇਡਾ। ਜੀ, ਸੋ ਬੇਸਿਕਲੀ ਇਹੀ ਆ ਜੀ, ਵੀ ਜਿਵੇਂ ਆਪਾਂ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਆ ਕਿ ਆਪਾਂ ਬਿਨਾਂ ਐਕਸਪੀਰੀਅੰਸ ਤੋਂ ਇਹ ਪ੍ਰੋਫਾਈਲ ਬਣਾਈ ਆ, ਤੇ ਜੋ ਲਾਸਟ ਡਰਾ ਦਾ ਟਾਰਗੇਟ ਸੀ, ਜੇ ਕੋਈ ਬੰਦਾ GTA ਤੋਂ ਬਾਹਰ ਪੜ੍ਹਿਆ, ਬਿਲਕੁਲ ਉਹਦੇ 6 ਬੈਂਡ ਨੇ, ਕੋਈ ਉਹਦਾ ਬਾਹਲਾ ਸਕੋਰ ਹੈ ਨਹੀਂ, ਕੋਈ ਉਹਦੇ ਕੋਲ ਐਕਸਪੀਰੀਅੰਸ ਹੈ ਨਹੀਂ, ਉਹ ਵੀ ਕੁਆਲੀਫਾਈ ਕਰਦਾ। ਠੀਕ ਆ ਜੀ। ਅੱਛਾ, ਕੁਛ ਕਹਿਣਗੇ ਵੀ ਚਲੋ ਜੀ ਜੌਬ ਆਫਰ ਤਾਂ ਅਸੀਂ ਬਾਹਰ ਜਾ ਕੇ ਲੈ ਲਾਂਗੇ, ਬਟ ਹੁਣ ਪੜ੍ਹਾਈ ਤਾਂ ਸਾਡੀ ਜਿਹੜੀ ਹੋਣੀ ਸੀ ਹੋ ਗਈ, ਅਸੀਂ ਤਾਂ ਹਾਂਜੀ। GTA 'ਚ ਪੜ੍ਹੇ ਆ। ਤਾਂ ਉਹਨਾਂ ਵਾਸਤੇ ਇਹ ਆ ਜੀ, ਦੇਖੋ ਤੁਸੀਂ ਹੋਰ ਕਿੱਥੇ ਬੈਟਰ ਕਰ ਸਕਦੇ ਹੋ। ਹੋਰ ਤੁਸੀਂ ਇੱਥੇ ਬੈਟਰ ਕਰ ਸਕਦੇ ਹੋ ਵੀ ਇੱਕ ਤਾਂ ਤੁਸੀਂ ਆਇਲਸ ਆਪਣਾ ਜ਼ੋਰ ਲਾ ਕੇ ਥੋੜ੍ਹਾ ਜਿਹਾ ਕਰੋ, ਤਾਂ ਉਹਦੇ ਬਹੁਤ ਪੁਆਇੰਟ ਨੇ। ਮਤਲਬ ਜੇ ਤੁਸੀਂ CLB 7 ਤੋਂ 8 ਕਰ ਦਿੰਦੇ ਹੋ, 7 ਮਤਲਬ 7 ਵਾਲੀ ਰੇਂਜ 'ਚ ਪਹੁੰਚ ਜਾਂਦੇ ਹੋ, 7 ਆਈਲੈਟਸ ਦੇ ਬੈਂਡਾਂ ਵਾਲੀ ਰੇਂਜ ਦੇ ਵਿੱਚ, ਤਾਂ 2 ਪੁਆਇੰਟ ਤੁਹਾਨੂੰ ਸਿੱਧੇ ਉੱਥੇ ਵੱਧ ਜਾਂਦੇ ਨੇ। ਦੂਜਾ ਤੁਸੀਂ ਕੀ ਕਰ ਸਕਦੇ ਹੋ, ਦੂਜਾ ਇਹ ਆ ਵੀ ਜੇ ਤੁਹਾਡੇ ਕੋਲ ਕੋਈ ਥੋੜ੍ਹਾ ਜਿਹਾ ਸਕਿੱਲ ਲੈਵਲ ਹੈਗਾ, ਵੀ ਹਾਂ ਵੀ ਤੁਸੀਂ ਕਹਿ ਲਓ ਵੀ ਇੰਡੀਆ 'ਚ ਪ੍ਰੂਵ ਕਰ ਸਕਦੇ ਹੋ ਤੁਸੀਂ ਕੰਮ ਕੀਤਾ, ਤਾਂ ਜੌਬ ਆਫਰ ਆ। ਜੇ ਤੁਸੀਂ ਪੇ ਵਧਾ ਲਓ ਆਪਦੀ, 20 ਤੇ ਪੇ ਲੈ ਜਾਓ, ਤਾਂ 20 ਤੋਂ ਉੱਪਰ ਜਿਉਂ ਹੀ ਜਾਂਦੀ ਆ ਤੁਹਾਡੇ, ਉੱਥੇ ਸਿੱਧੇ ਪੁਆਇੰਟ ਵੱਧਦੇ ਆ। ਠੀਕ ਆ ਜੀ। ਸੋ ਇਹ ਕੁਛ ਚੀਜ਼ਾਂ ਜਿਹੜੀਆਂ ਮਤਲਬ ਇਹ ਆਪਣੇ ਹੱਥ ਦੇ ਵਿੱਚ ਵੀ ਹੈਗੀਆਂ ਨੇ, ਜਿਹੜੀਆਂ ਆਪਾਂ ਉਹ ਤੋਂ ਬਾਅਦ ਵੀ ਕਰ ਸਕਦੇ ਹਾਂ। ਸੋ ਇਹ ਗੱਲ ਇਹ ਆ ਵੀ ਐਕਸਪੀਰੀਅੰਸ ਉਹਦੇ ਦੇਖੋ ਸਿਰਫ 3 ਪੁਆਇੰਟ ਨੇ ਜੀ। 3 ਪੁਆਇੰਟ ਕਿਸੇ ਹੋਰ ਪਾਸਿਓਂ ਕਵਰ ਕਰ ਲਏ, ਤੁਸੀਂ ਵੀ ਉੱਥੇ ਹੀ ਖੜੇ ਹੋ, ਸਾਲ ਵਾਲਾ ਬੰਦਾ ਵੀ ਉੱਥੇ ਹੀ ਖੜਾ ਉੱਥੇ ਹੀ ਖੜਾ, ਹਾਂਜੀ। ਹਾਂਜੀ। ਤੋ ਇਹ ਆ ਵੀ ਐਕਸਪੀਰੀਅੰਸ ਇਸ ਸਾਰੀ ਸਟਰੀਮ ਦੇ ਵਿੱਚ ਬਹੁਤ ਇਰਰੈਲੇਵੈਂਟ ਜੀ ਚੀਜ਼ ਆ। ਠੀਕ ਹੈ ਬਾਈ ਜੀ, ਠੀਕ ਹੈ ਜੀ। ਵਿਦਆਊਟ ਐਕਸਪੀਰੀਅੰਸ ਵੀ ਤੁਸੀਂ ਲੈ ਸਕਦੇ ਹੋ। ਸੋ ਇਹ ਸੀ ਸਾਡੀ ਅੱਜ ਵਾਲੀ ਵੀਡੀਓ। ਇਹਦੇ ਵਿੱਚ ਅਸੀਂ ਸਾਰਾ ਕੁਝ ਤੁਹਾਨੂੰ ਸਮਝਾਤਾ। ਤੇ ਹੁਣ ਬਾਈ ਜੀ ਮੈਂ 2 ਚੀਜ਼ਾਂ ਇੱਥੇ ਰੋਕ ਕੇ ਕਹਿਣਾ ਚਾਹੂੰਗਾ ਵੀ ਬਾਈ ਜੀ ਹੁਣੀ RCIC ਹੈਗੇ ਨੇ, ਆਥੋਰਾਈਜ਼ ਪਰਸਨ ਨੇ, ਠੀਕ ਹੈ ਜੀ। ਉਹਨਾਂ ਵੱਲੋਂ ਸਾਰੀਆਂ ਚੀਜ਼ਾਂ ਤੁਹਾਨੂੰ ਸਮਝਾਈਆਂ ਗਈਆਂ, ਤੇ ਸਾਡੇ ਜੋ ਵੀ ਇਮੀਗ੍ਰੇਸ਼ਨ ਦੀ ਸਰਵਿਸਿਜ਼ ਲੈਣ ਦੇ ਲਈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ। ਹੱਥ ਬੰਨ੍ਹ ਕੇ ਬੇਨਤੀ ਆ ਕਿ ਕੰਸਲਟੇਸ਼ਨ ਲੈ ਕੇ ਅਗਰ $100 ਦੇ ਨਾਲ ਤੁਹਾਡਾ ਭਵਿੱਖ ਸਵਰਦਾ, ਠੀਕ ਹੈ, ਤੁਸੀਂ ਇੱਕ ਚੀਜ਼ ਨੂੰ ਚੰਗੇ ਤਰੀਕੇ ਦੇ ਨਾਲ ਕਰਦੇ ਹੋ, ਤਾਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਊਗੀ। ਬਾਈ ਜੀ ਹੁਣੀ ਇਮੀਗ੍ਰੇਸ਼ਨ ਦੀਆਂ ਜੋ ਕੈਨੇਡਾ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਹੈਗੀਆਂ ਨੇ, ਠੀਕ ਹੈ, ਉਹ ਸਾਰੀਆਂ ਪ੍ਰੋਵਾਈਡ ਕਰਦੇ ਨੇ ਤੇ ਬੜੇ ਚੰਗੇ ਤਰੀਕੇ ਨਾਲ ਕਰਦੇ ਨੇ। ਤੇ 2 ਚੀਜ਼ਾਂ ਬਾਈ ਜੀ ਹਮੇਸ਼ਾ ਕਹਿੰਦੇ ਹੁੰਦੇ ਕਿ ਮੇਰੇ ਕੋਲ ਉਹ ਬੰਦਾ ਨਾ ਆਵੇ ਵੀ ਜਿਹੜਾ ਕਵੇ ਵੀ ਅੱਜ ਮੈਂ ਚੀਜ਼ ਦਿੱਤੀ ਹੈ ਤੇ ਦੂਜੇ ਦਿਨ ਮੈਨੂੰ ਕਵੇ ਵੀ ਮੈਨੂੰ ਰਿਜ਼ਲਟ ਚਾਹੀਦਾ। ਬਿਲਕੁਲ ਨਹੀਂ, ਦੇਖੋ ਇਹ ਹੈ ਜੀ, ਚੀਜ਼ ਨੂੰ ਐਨਲਾਈਜ਼ ਕਰਨ ਤੇ ਕਾਹਲੀ ਨਹੀਂ ਕਰਨੀ ਚਾਹੀਦੀ। ਆਪਣਾ ਸਾਰਾ ਜਿਹੜਾ ਭਵਿੱਖ ਹੈ ਇਸ ਚੀਜ਼ ਤੇ ਖੜਾ। ਤੁਹਾਡੇ ਡਾਕੂਮੈਂਟ ਨੇ, ਜੇ ਉਹ ਮੈਂ ਕਾਹਲੀ ਦੇ ਵਿੱਚ ਵੀ ਹਾਂ ਜੀ ਵੀ ਪਿੱਛੋਂ ਪੂਰਾ ਉਹ ਚੱਲ ਰਿਹਾ ਵੀ ਮੈਨੂੰ ਤਾਂ ਅੱਜ ਹੀ ਦੱਸੋ, ਤੇ ਉਹ ਮੈਂ ਕਾਹਲੀ 'ਚ ਕੋਈ ਇੱਕ ਚੀਜ਼ ਗਲਤ ਕਰ ਗਿਆ, ਉਹਦੇ 'ਚ ਦੇਖੋ ਮੇਰਾ ਕੋਈ ਬਾਹਲਾ ਵੱਡਾ ਨੁਕਸਾਨ ਨਹੀਂ ਹੈਗਾ। ਵੱਧ ਤੋਂ ਵੱਧ ਇਹ ਆ ਵੀ ਤੁਸੀਂ ਮੇਰੇ ਨਾਲ ਲੜ ਪਓਗੇ, ਤੁਸੀਂ ਕਹੋਗੇ ਮੈਂ ਫੀਸ ਕਿਸੇ ਹੋਰ ਨੂੰ ਦੇ ਦਿੰਦਾ ਜਾ ਕੇ, ਰਾਈਟ। ਪਰ ਹਾਂਜੀ। ਤੁਹਾਡਾ ਬਹੁਤ ਵੱਡਾ ਨੁਕਸਾਨ ਆ, ਕਿਉਂਕਿ ਉਹਦੇ 'ਚ ਕੀ ਆ ਕਿ ਤੁਹਾਡੀ ਜਿਹੜੀ ਜ਼ਿੰਦਗੀ ਆ ਉੱਥੇ ਖੜੀ ਆ। ਤਾਂ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਜਦ ਵੀ ਜੇ ਕੋਈ ਚੀਜ਼ ਆਪਾਂ ਐਨਾਲਾਈਜ਼ ਕਰਦੇ ਹਾਂ, ਵੀ ਉਹਦੇ 2 ਤਰੀਕੇ ਹੁੰਦੇ ਆ। ਜਾਂ ਤਾਂ ਤੁਸੀਂ ਕੰਸਲਟੇਸ਼ਨ ਬੁੱਕ ਕਰਾ ਲਓ, ਮੈਨੂੰ ਪਹਿਲਾਂ ਕਾਗਜ਼ ਭੇਜ ਦਿਓ, ਆਪਾਂ ਉਹਨੂੰ ਇਕੱਠੇ ਬਹਿ ਕੇ ਡਿਸਕਸ ਕਰ ਸਕਦੇ ਹਾਂ।
ਦੂਜਾ ਇਹ ਆ ਵੀ ਹਾਂ ਜੇ ਮੈਨੂੰ ਕਾਗਜ਼ ਭੇਜੇ ਆ ਤੇ ਬਾਅਦ ਚ ਆਪਾਂ ਵੀ ਕਹਿ ਲਓ ਵੀ ਤੁਸੀਂ ਅਜੇ ਕੰਸਲਟੇਸ਼ਨ ਉਹਨਾਂ ਤੋਂ ਬਾਅਦ ਕਰਨੀ ਆ ਤਾਂ ਟਾਈਮ ਉਹਦੇ ਚ ਲੱਗਦਾ ਹੁੰਦਾ, ਕਿਉਂਕਿ ਇਹ ਆ ਵੀ ਤੁਸੀਂ ਸਿਰਫ ਇੱਕ ਪ੍ਰੋਗਰਾਮ ਦੇਖ ਰਹੇ ਹੁੰਦੇ ਹੋ, ਮੈਂ ਉਹਨੂੰ ਕਹਿ ਲਓ ਵੀ ਐ ਨਹੀਂ ਪਤਾ ਮੈਂ ਹੋਰ 10 ਪ੍ਰੋਗਰਾਮ ਵੀ ਮੇਰੀ ਨਿਗਾਹ 'ਚ ਨੇ ਵੀ ਹਾਂ ਇਹ ਇੱਥੇ ਵੀ ਫਿੱਟ ਹੁੰਦਾ, ਇੱਥੇ ਵੀ ਹੁੰਦਾ, ਵੀ ਮੈਂ ਸਾਰੀਆਂ ਆਪਸ਼ਨਾਂ ਦੇਵਾਂ ਕਿ ਬੰਦਾ ਇਹ ਨਾ ਕੱਲ ਨੂੰ ਕਹੇ ਕਿ ਮੈਨੂੰ ਆਹ ਤਾਂ ਦੱਸਿਆ ਹੀ ਨਹੀਂ। ਬਾਈ ਜੀ ਠੀਕ ਇੱਕ ਹੈ ਜੀ। ਚੀਜ਼ ਮੈਂ ਆਪਾਂ ਹੋਰ ਐਡੀਸ਼ਨਲ ਐਡ ਕਰ ਦਈਏ ਕਿ ਆਪਾਂ ਇੱਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਬਣਾ ਰਹੇ ਹਾਂ ਫਾਰਮ ਦਾ, ਜਿਹਦੇ ਵਿੱਚ ਹਾਂਜੀ ਆਪਾਂ ONIP ਦਾ ਪੂਰਾ OINP ਦਾ ਸੌਰੀ ਠੀਕ ਹੈ ਪਰਫਾਰਮਾ ਆਪਾਂ ਦੇ ਦੇਣਾ, ਠੀਕ ਹੈ, ਤੇ ਸਾਰਾ ਕੁਝ ਦੱਸ ਦੇਣਾ, ਤੁਸੀਂ ਫਿਲ ਕਰਕੇ ਸਾਨੂੰ ਭੇਜੋ, ਠੀਕ ਹੈ, ਤੇ ਨਾਲ ਦੀ ਨਾਲ ਜੋ ਸਾਡੀ ਰਜਿਸਟਰਡ ਈਮੇਲ ਆ, ਠੀਕ ਹੈ, ਉਹਦੇ ਤੋਂ ਤੁਹਾਨੂੰ ਇੱਕ ਮੇਲ ਮਿਲ ਜੂਗਾ, ਤੇ ਨਾਲ ਦੀ ਨਾਲ ਜੇ ਤੁਸੀਂ ਸਾਡੇ ਨਾਲ ਡਿਸਕਸ ਕਰਨਾ ਚਾਹੋਗੇ ਤਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕੋਗੇ, ਬਾਈ ਜੀ ਹੁਣੀ ਅਵੇਲੇਬਲ ਹੋਣਗੇ, ਬਟ ਉਹਦਾ ਖਰਚਾ $100 ਹੈ ਜੀ। ਜੇ $100 ਦੇ ਨਾਲ ਤੁਹਾਡਾ ਫਿਊਚਰ ਬਣਦਾ ਤਾਂ ਤੁਸੀਂ ਉਹ ਚੀਜ਼ ਕਰ ਸਕਦੇ ਹੋ, ਤੇ ਬਾਕੀ ਬਾਈ ਜੀ ਸਾਰੇ ਤੁਹਾਨੂੰ ਪਤਾ ਸਿਆਣੇ ਹੀ ਆ, ਸੋ ਫ੍ਰੀ ਵਾਲਾ ਫਿਰ ਕਹਿੰਦੇ ਹੁੰਦੇ ਵੀ ਸਵਾਦ ਜ਼ਿਆਦਾ ਵੱਖਰਾ ਹੁੰਦਾ। ਜੀ, ਨਹੀਂ ਉਹ ਤਾਂ ਸਿਮਰ ਗੱਲ ਇਹ ਆ ਵੀ ਉਹ ਫ੍ਰੀ ਵੀ ਹੈ ਨਹੀਂ, ਦੇਖੋ ਆਪਾਂ ਪਹਿਲਾਂ ਹੀ ਦੱਸਦੇ ਹੁੰਦੇ ਆ ਵੀ ਜੇ ਤਾਂ $100 ਲਾ ਕੇ ਤੁਹਾਡੀ ਤਸੱਲੀ ਅਸੀਂ ਕਰਾਤੀ ਤਾਂ ਤੁਸੀਂ ਸਾਡੇ ਨਾਲ ਰਿਟੇਨ ਕਰ ਲੈਣਾ ਅੱਗੇ, ਤੇ ਉਹ $100 ਅਸੀਂ ਤੁਹਾਡੀ ਪੁਰਾਣੀ ਫੀਸ ਦੇ ਵਿੱਚ ਐਡਜਸਟ ਕਰ ਦੇਣੇ ਆ। ਜੇ ਤੁਹਾਡੀ ਤਸੱਲੀ ਨਾ ਹੋਈ ਤਾਂ ਤੁਹਾਡਾ ਵੱਡਾ ਨੁਕਸਾਨ ਬਚ ਗਿਆ, ਸਾਨੂੰ ਤੁਸੀਂ 5-4 ਹਜ਼ਾਰ ਦੇਣ ਤੋਂ ਬਚ ਗਏ, ਤੇ ਤੁਸੀਂ ਉਹ $100 ਲਾ ਕੇ ਤੁਸੀਂ ਕਿਹਾ ਨਹੀਂ ਵੀ ਇਹ ਬੰਦਾ ਕੰਮ ਦਾ ਹੈ ਨਹੀਂ, ਆਪਾਂ ਕਿਤੇ ਹੋਰ ਜਾਂਦੇ ਹਾਂ, ਬਟ ਸਾਨੂੰ ਪਤਾ ਵੀ ਤਸੱਲੀ ਕਰਾ ਦੇਣੀ ਆ, ਤੇ ਉਹ $100 ਰੱਖਣ ਦਾ ਵੀ ਕਾਰਨ ਇਹੀ ਆ ਵੀ ਜੇ ਆਪਾਂ ਨਹੀਂ ਰੱਖਦੇ ਤਾਂ ਬਹੁਤ ਲੋਕ ਵਿੰਡੋ ਸ਼ਾਪਿੰਗ ਵਾਲੇ ਵੱਧ ਆ ਜਾਂਦੇ ਆ, ਫਿਰ ਉਹਨਾਂ ਦਾ ਟਾਈਮ ਖਰਾਬ ਹੁੰਦਾ, ਜਿਨ੍ਹਾਂ ਦੀਆਂ ਫਾਈਲਾਂ ਤੇ ਕੰਮ ਕਰਨਾ ਹੁੰਦਾ, ਜਿਨ੍ਹਾਂ ਤੋਂ ਅਸੀਂ ਆਲਰੇਡੀ ਜਿਨ੍ਹਾਂ ਨੂੰ ਆਪਣਾ ਟਾਈਮ ਵੇਚੀ ਬੈਠੇ ਆ, ਵੀ ਸਿੱਧੇ ਸ਼ਬਦਾਂ 'ਚ ਕਹੀਏ ਤਾਂ। ਇਹ ਤਾਂ ਗੱਲ ਹੈ ਬਾਈ ਜੀ। ਬਾਕੀ ਨਾਲ ਦੀ ਨਾਲ ਬਾਈ ਜੀ ਇੱਕ ਗੱਲ ਹੋਰ ਕਰਦੇ ਕਿ ਸਪਾਊਸ ਓਪਨ ਵਰਕ ਪਰਮਿਟ ਵਾਲੇ ਜਿਹੜੇ ਐਪਲੀਕੈਂਟ ਆ ਉਹ ਬੈਕਲੌਗ ਦੇ ਵਿੱਚ ਫਸੇ ਪਏ ਆ, ਸੋ ਉਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੀਆਂ, ਸੋ ਉਹਨਾਂ ਦੇ ਲਈ ਇੱਕ ਆਪਾਂ ਕਹਿ ਸਕਦੇ ਹਾਂ ਖਾਸ ਤੌਰ ਤੇ ਓਨਟਾਰੀਓ ਦੇ ਇਨ ਤੇ ਆਊਟ ਵਾਲੇ ਜਿਹੜੇ ਹੈਗੇ ਆ, ਸੋ ਉਹਨਾਂ ਦੇ ਲਈ ਤੁਸੀਂ ਇਹਦੇ ਵਿੱਚ ਕੀ ਮੰਨਦੇ ਹੋ? ਸੋ ਇੱਕ ਤਾਂ ਇਹ ਵਧੀਆ ਪੁਆਇੰਟ ਆ, ਯਾਦ ਕਰਾਤਾ, ਮੇਰੇ ਉਹ ਵੀ ਨਹੀਂ ਸੀ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਆ ਵੀ ਜੇ ਤੁਹਾਨੂੰ PNP ਦੀ ਨੋਮੀਨੇਸ਼ਨ ਮਿਲ ਜਾਂਦੀ ਆ, ਤੁਹਾਡੀ ਕੋਈ PR ਨਹੀਂ ਆਈ, ਕੁਛ ਨਹੀਂ ਹੋਇਆ, ਸਿਰਫ ਆਪਾਂ PNP ਅਪਰੂਵਲ ਹੋ ਗਈ ਆਪਣੀ, ਭਾਵੇਂ OINP 'ਚ ਹੋਗੀ, ਭਾਵੇਂ ਕਿਤੇ ਵੀ ਹੋਗੀ, ਤੁਸੀਂ ਨੋਵਾ ਸਕੋਸ਼ੀਆ ਚੋਂ, ਨਿਊ ਬ੍ਰਾਂਸਵਿਕ ਚੋਂ, PEI ਚੋਂ, ਜੇ ਤੁਹਾਡੇ ਕੋਲੇ PNP ਦਾ ਸਰਟੀਫਿਕੇਟ ਹੈਗਾ ਤਾਂ ਤੁਹਾਡੀ ਜਿਹੜੀ ਫਾਈਲ ਹੈ ਸਪਾਊਸਲ ਓਪਨ ਵਰਕ ਪਰਮਿਟ ਦੀ ਉਹ ਹੋਰ ਸਟਰੋਂਗ ਹੋ ਜਾਂਦੀ ਹੈ, ਕਿਉਂਕਿ ਤੁਹਾਨੂੰ ਪ੍ਰੋਵਿੰਸ ਨੇ ਨੋਮੀਨੇਟ ਕਰਤਾ, ਤੁਹਾਡੇ ਕੋਲ ਇੱਥੇ ਰਹਿਣ ਦੇ ਕਾਰਨ ਵੱਧ ਗਏ, ਤੇ ਉਸ ਚੀਜ਼ ਦੇ ਵਿੱਚ SOWP ਦੇ ਵਿੱਚ ਆਪਾਂ ਉਹ ਚੀਜ਼ ਐਡੀਸ਼ਨਲ ਐਡ ਕਰ ਸਕਦੇ ਹਾਂ। ਤੇ ਉਹਦੇ 'ਚ ਇਹ ਵੀ ਆ, ਖੈਰ ਤਾਂ ਜਿਹੜਾ ਅੱਜ ਆਪਾਂ ਪ੍ਰੋਗਰਾਮ ਡਿਸਕਸ ਕੀਤਾ ਇਹ OAB ਵਾਲਾ, ਕਿ ਜੇ ਕਿਸੇ ਕੋਲੇ C ਜਾਂ D ਦੀ ਜੌਬ ਵੀ ਹੈਗੀ ਆ, ਤੁਹਾਡੇ ਕੋਲ C ਜਾਂ D ਦੀ ਜੌਬ ਹੈਗੀ, ਤੁਹਾਡੇ ਕੋਲ PNP ਦਾ ਸਰਟੀਫਿਕੇਟ ਹੈਗਾ, ਤਾਂ ਆਪਾਂ ਤੁਹਾਡੀ ਜਿਹੜੀ SOWP ਦੀ ਫਾਈਲ ਆ ਉਹ ਲਵਾ ਕੇ ਦੇਵਾਂਗੇ। ਠੀਕ ਹੈ ਬਾਈ ਜੀ, ਠੀਕ ਹੈ, ਜਾਣੀ ਕਿ ਇੱਕ ਸਟਰੋਂਗ ਫੈਕਟਰ ਹੋ ਸਕਦਾ ਜੇ ਤੁਹਾਡੇ ਕੋਲੇ PNP ਦਾ ਜੋ ਸਰਟੀਫਿਕੇਟ ਆ ਜਾਂਦਾ, ਸੋ ਵਧੀਆ ਗੱਲ ਹੈ ਜੀ। ਠੀਕ ਹੈ ਬਾਈ ਜੀ, ਤੇ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰੀਏ।